ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਛਤਰ ਛਾਇਆ ਹੇਠ ਜੁੜ ਬੈਠੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ। ਸੰਧਿਆ ਵੇਲੇ ਦੇ ਸਮੇਂ ਸਜੇ ਹੋਏ ਦੀਵਾਨਾਂ 'ਚ ਨਿਤਾ ਪ੍ਰਤੀ ਇਕੱਤਰ ਹੋ ਕੇ ਹਾਜ਼ਰੀਆਂ ਭਰ ਕੇ ਨੌਵੇਂ ਪਾਤਸ਼ਾਹ ਤਿਲਕ ਜੰਜੂ ਦੇ ਰਾਖੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਦਰਬਾਰ ਦੇ ਜਿੱਥੇ ਦਰਸ਼ਨ ਪਰਸਦੇ ਹੋ, ਉੱਥੇ ਨਾਲ ਚੱਲ ਰਹੇ ਗੁਰ ਇਤਿਹਾਸ ਦੀ ਲੜੀਵਾਰ ਕਥਾ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਔਰ ਭਾਵਨਾ ਸਹਿਤ ਸਰਵਣ ਕਰ ਰਹੇ। ਕਥਾ ਨਿਤਾ ਪ੍ਰਤ ਹੋਤ ਹੈ, ਸੁਨਹੁ ਸਿੰਘ ਸੁਜਾਨ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਐਸੀ ਇਹ ਪਵਿੱਤਰ ਅੰਮ੍ਰਿਤ ਕਥਾ ਹੈ ਜਿਸ ਕਥਾ ਦਾ ਸੁਣਨ ਦਾ ਵੱਡਾ ਪੁੰਨ ਹੈ। ਸੁਨ ਹਰ ਕਥਾ ਉਤਾਰੀ ਮੈਲ। ਸਾਡੇ ਅੰਤਸ਼ਕਰਨ ਨੂੰ ਜਿਹੜੀ ਜਨਮਾਂ ਜਨਮਾਂ ਦੀ ਮੈਲ ਲੱਗੀ ਹੋਈ ਹੈ, ਉਹ ਮਲ ਸਤਿਗੁਰਾਂ ਦੀ ਪਵਿੱਤਰ ਪਾਵਨ ਗੁਰਬਾਣੀ ਦੀ ਕਥਾ ਸਰਵਣ ਕਰਕੇ ਨਿਰਵਿਰਤ ਹੁੰਦੀ ਹੈ। ਹਰੀ ਕਥਾ ਸਭ ਤੋਂ ਸ੍ਰੇਸ਼ਟ ਹੈ, ਸਰਵੋਤਮ ਹੈ। ਜਗਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਚੱਲ ਰਿਹਾ ਹੈ। ਸੁਲਹੀ ਖਾਂ ਬਾਬੇ ਪ੍ਰਿਥੀ ਚੰਦ ਦੇ ਸੱਦੇ ਤੇ ਚੜ ਕੇ ਆਇਆ ਹੈ, ਗੁਰੂ ਘਰ ਨਾਲ ਵੈਰ ਚਿਤਵਦਾ ਹੋਇਆ। ਪਰ ਗੁਰਬਾਣੀ ਦਾ ਮਹਾਵਾਕ ਹੈ, ਜੋ ਜੋ ਤੁਮਰੇ ਭਗਤ ਦੁਖਾਏ ਉਹ ਤਤਕਾਲ ਤੁਮ ਮਾਰਾ। ਜਿਹੜੇ ਦੋਖੀ ਦਵੈਖੀ ਤੇਰੇ ਭਗਤਾਂ ਨੂੰ ਦੁੱਖ ਦੇਣ ਵਾਲੇ ਨੇ, ਹੇ ਵਾਹਿਗੁਰੂ ਤਾਤਕਾਲ ਤੂੰ ਸਾਨੂੰ ਉਹਨਾਂ ਨੂੰ ਮਾਰ ਮੁਕਾਉਣਾ। ਸੁਲੀ ਖਾਂ ਵੀ ਭੱਠੇ ਵਿੱਚ ਡਿੱਗ ਕੇ ਸੜ ਮੋਇਆ। ਬੜੀ ਨਾਪਾਕ ਮੌਤ ਹੁੰਦੀ ਹੈ ਮੁਸਲਮਾਨ ਵਾਸਤੇ, ਸੜ ਕੇ ਮਰਨਾ। ਐਸੀ ਨਾਪਾਕ ਮੌਤ ਮਰਿਆ ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਅਕਾਲ ਪੁਰਖ ਦੇ ਸ਼ੁਕਰਾਨੇ ਵਿੱਚ ਰਾਗ ਬਿਲਾਵਲ ਵਿੱਚ ਸ਼ਬਦ ਉਚਾਰਨ ਕੀਤਾ, ਸੁਲਹੀ ਤੇ ਨਾਰਾਇਣ ਰਾਖ। ਸੁਲਹੀ ਕਾ ਹਾਥ ਕਹੀ ਨਾ ਪਹੁੰਚੈ, ਸੁਲਹੀ ਹੋਏ ਮੂਆ ਨਾ ਪਾਕ। ਔਰ ਸੰਗਤ ਨੂੰ ਵੀ ਤਰਵਾਸ ਹੋਇਆ, ਸੰਗਤ ਨੂੰ ਵੀ ਹੌਸਲਾ ਵੱਜਾ। ਉਧਰ ਚੰਦੂ ਦਿੱਲੀ ਦੇ ਵਿੱਚ ਰਹਿੰਦਾ ਹੈ। ਚੰਦੂ ਨੇ ਸੋਚਿਆ ਕਿ ਪ੍ਰਿਥੀ ਚੰਦ ਗੁਰੂ ਅਰਜਨ ਦੇਵ ਸਾਹਿਬ ਦਾ ਵੱਡਾ ਭਰਾ ਹੈ, ਤੇ ਭਰਾਵਾਂ ਨਾਲ ਭਾਈਚਾਰਾ ਤਾਂ ਹੁੰਦਾ ਹੀ ਹੈ, ਭਾਵੇਂ ਵਿਰੋਧ ਵੀ ਹੋਵੇ। ਇਹਨੂੰ ਅਸੀਂ ਇੱਕ ਪਿੰਡ ਦਿੱਤਾ ਸਰਕਾਰੀ ਤੌਰ ਤੇ ਜਗੀਰ ਵਜੋਂ। ਪ੍ਰਿਥੀ ਚੰਦ ਨੂੰ ਡਰਾਵਾ ਪਾਵਾਂ ਕਿ ਤੂੰ ਆਪਣੇ ਭਰਾ ਨੂੰ ਮਨਾ ਕੇ ਉਹ ਮੇਰੀ ਲੜਕੀ ਦਾ ਨਾਤਾ ਮੰਨ ਲੈਣ। ਪਰ ਅਸਲ ਗੱਲ ਦਾ ਚੰਦੂ ਨੂੰ ਇਸ ਗੱਲ ਦਾ ਬੋਧ ਨਹੀਂ ਸੀ ਕਿ ਪ੍ਰਿਥੀ ਚੰਦ ਤਾਂ ਚੰਦੂ ਨਾਲੋਂ ਵੀ ਜ਼ਿਆਦਾ ਦਵੈਸ਼ੀ ਹੈ, ਗੁਰੂ ਸਾਹਿਬ ਦੇ ਨਾਲ ਉਹ ਜ਼ਿਆਦਾ ਈਰਖਾ ਦਵੈਸ਼ ਰੱਖਦਾ। ਚੰਦੂ ਨੇ ਇੱਕ ਚਿੱਠੀ ਲਿਖ ਕੇ ਆਪਣਾ ਇੱਕ ਹਲਕਾਰਾ ਸੱਦ ਕੇ ਉਹ ਚਿੱਠੀ ਉਹਨੂੰ ਦੇ ਕੇ ਦਿੱਲੀ ਤੋਂ ਕੋਠਾ ਪਿੰਡ ਜਿੱਥੇ ਬਾਬਾ ਪ੍ਰਿਥੀ ਚੰਦ ਜੀ ਰਹਿੰਦੇ ਸਨ, ਹੁਣ ਆ ਮਾਲਵੇ ਦੇ ਵਿੱਚ ਹੈ, ਉਸ ਪਿੰਡ ਦੇ ਵਿੱਚ ਭੇਜਿਆ। ਆਓ ਇੱਥੋਂ ਅੱਗੇ ਇਤਿਹਾਸ ਦੀ ਕਥਾ ਪ੍ਰਾਰੰਭ ਕਰੀਏ। ਧੰਨ ਗੁਰੂ ਅਰਜਨ ਦੇਵ ਸਾਹਿਬ ਧਰਨ ਗਗਨ ਨਵਖੰਡ ਮੈਂ ਜੋਤ ਸਵਰੂਪੀ ਰਹੋ ਭਾਰ। ਭਨ ਮਥਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤਖ ਹਰ। ਜਪਿਓ ਜਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਐਸੇ ਪੰਜਵੇਂ ਪਾਤਸ਼ਾਹ ਦੇ ਚਰਨਾਂ ਦਾ ਧਿਆਨ
ਆਪਣੇ ਹਿਰਦਿਆਂ 'ਚ ਧਾਰਨ ਕਰਦੇ ਹੋਇਆ ਆਪ ਦੇ ਜੀਵਨ ਔਰ ਰਸਨਾ ਦੇ ਕਲਿਆਣ ਨਿਮਿਤ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਇਤਿਆਦਿਕ ਲਿਖ ਕਰ ਪਠ ਪਾਤੀ। ਇਤਿਆਦਿਕ ਬਹੁਤ ਸਾਰੀਆਂ ਗੱਲਾਂ ਚੰਦੂ ਨੇ ਬਾਬੇ ਪ੍ਰਿਥੀ ਚੰਦ ਨੂੰ ਡਰਾਉਣ ਵਾਸਤੇ ਚਿੱਠੀ ਦੇ ਵਿੱਚ ਲਿਖੀਆਂ ਹਨ ਔਰ ਉਹ ਚਿੱਠੀ ਲਿਖ ਕੇ ਇੱਕ ਹਲਕਾਰੇ ਨੂੰ ਦਿੱਤੀ ਹੈ। ਨਿਸ ਦਿਨ ਦੁੱਖ ਤੇ ਸੁਲਗਤ ਛਾਤੀ। ਐਸਾ ਚੰਦੂ ਪਾਪੀ ਜਿਹਦਾ ਮਨ ਰਾਤ ਦਿਨ ਕਲਪਦਾ ਹੈ, ਰਾਤ ਦਿਨ ਈਰਖਾ ਦੀ ਅੱਗ ਦੇ ਵਿੱਚ ਇਹਦੀ ਛਾਤੀ ਸੁਲਗਦੀ ਹੈ। ਚੱਲ ਦਿੱਲੀ ਤੇ ਤਬ ਹਲਕਾਰਾ। ਉਹਦੀ ਚਿੱਠੀ ਲੈ ਕੇ ਚੰਦੂ ਦੀ ਇੱਕ ਹਲਕਾਰਾ ਇਹਦਾ ਭੇਜਿਆ ਹੋਇਆ ਦਿੱਲੀ ਤੋਂ ਚੱਲ ਕੇ ਆਇਆ ਹੈ। ਆਇਓ ਕੋਠੇ ਗ੍ਰਾਮ ਮਝਾਰਾ। ਕੋਠਾ ਪਿੰਡ ਜਿੱਥੇ ਬਾਬਾ ਪ੍ਰਿਥੀ ਚੰਦ ਰਹਿੰਦਾ ਸੀ, ਬਾਬੇ ਪ੍ਰਿਥੀ ਚੰਦ ਨੂੰ ਮਿਲਣ ਵਾਸਤੇ ਉਹ ਚਿੱਠੀ ਲੈ ਕੇ ਪਹੁੰਚਿਆ ਹੈ। ਪ੍ਰਿਥੀਆ ਬੈਠਿਓ ਜਾਏ ਨਿਹਾਰਿਓ। ਅੱਗੇ ਪ੍ਰਿਥੀਆ ਵੇਖਿਆ ਬੈਠਾ, ਉਹ ਮੰਜੇ ਤੇ ਬੈਠਾ। ਹੁਣ ਪ੍ਰਿਥੀਆ ਵੀ ਆਪਣੇ ਹਿਰਦੇ ਵਿੱਚ ਹਰ ਵੇਲੇ ਸੜਦਾ ਹੀ ਰਹਿੰਦਾ ਸੀ। ਇਹਦਾ ਮਨ ਵੀ ਈਰਖਾ ਦੀ ਅੱਗ ਦੇ ਵਿੱਚ ਭੁੱਜਦਾ ਰਹਿੰਦਾ ਸੀ। ਇਹਨੂੰ ਮੀਣਾ ਲਿਖਿਆ ਭਾਈ ਗੁਰਦਾਸ ਨੇ ਕਿ ਪ੍ਰਿਥੀਆ ਮੀਣਾ ਹੈ। ਅੱਜ ਵੀ ਜਦੋਂ ਪੰਜ ਪਿਆਰੇ ਖੰਡੇ ਦੀ ਪੋਲ ਛਕਾਉਂਦੇ ਨੇ, ਉਸ ਵੇਲੇ ਜਿਨ੍ਹਾਂ ਦੀ ਸੰਗਤ ਤੋਂ ਵਰਜਦੇ ਨੇ ਉਹਨਾਂ ਦੇ ਵਿੱਚੋਂ ਇੱਕ ਮੀਣਿਆਂ ਦੀ ਸੰਗਤ ਤੋਂ ਵੀ ਵਰਜਦੇ ਨੇ। ਜਿਹੜੇ ਮੀਣੇ ਨੇ ਉਹ ਪ੍ਰਿਥੀਏ ਦੀ ਅੰਸ਼ ਵੰਸ਼ ਵਾਲੇ, ਜਿਹੜੇ ਪ੍ਰਿਥੀਏ ਵਾਲੀ ਬਿਰਤੀ ਰੱਖਣ ਵਾਲੇ ਨੇ, ਉਹਨਾਂ ਦੇ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਰੱਖਣੀ ਸਿੱਖ ਨੇ। ਮੀਣੇ ਮਸੰਦੇ ਧੀਰ ਮੱਲੀਏ ਰਾਮ ਰਾਈਏ ਕੁੜੀ ਮਾਰ ਨੜੀ ਮਾਰ, ਇਹਨਾਂ ਦਾ ਸੰਗ ਨਹੀਂ ਕਰਨਾ। ਇਹ ਰਹਿਤ ਅੱਜ ਵੀ ਪੰਜ ਪਿਆਰਿਆਂ ਵੱਲੋਂ ਦ੍ਰਿੜ ਕਰਾਈ ਜਾਂਦੀ ਹੈ। ਤੋ ਪ੍ਰਿਥੀਆ ਬੈਠਾ ਸੀ ਜਿਸ ਜਗ੍ਹਾ ਦੇ ਉੱਤੇ, ਬੜਾ ਚਿੰਤਾ ਤੇ ਫਿਕਰ ਦੇ ਵਿੱਚ ਬੈਠਾ ਸੀ। ਉੱਥੇ ਇਹ ਹਲਕਾਰਾ ਚਿੱਠੀ ਲੈ ਕੇ ਪਹੁੰਚਿਆ ਹੈ। ਹੁਤੋ ਪਤਰ ਤਿਸ ਆਗੇ ਡਾਰਿਓ। ਜਿਹੜਾ ਪੱਤਰ ਇਹਦੇ ਕੋਲ ਸੀ, ਚੰਦੂ ਦੇ ਹਲਕਾਰੇ ਕੋਲ, ਚੰਦੂ ਦੀ ਲਿਖੀ ਹੋਈ ਚਿੱਠੀ, ਉਹ ਚਿੱਠੀ ਇਹਨੇ ਲਿਆ ਕੇ ਪ੍ਰਿਥੀਏ ਦੇ ਅੱਗੇ ਰੱਖੀ। ਪਟ ਕੈ ਹਰਖ ਕਸ਼ਟ ਜੁਗ ਤਾਰੇ। ਪ੍ਰਿਥੀ ਚੰਦ ਨੇ ਉਹ ਚਿੱਠੀ ਪੜ੍ਹੀ। ਪੜ੍ਹ ਕੇ ਇਹਨੂੰ ਦੁੱਖ ਵੀ ਹੋਇਆ ਕਿ ਚੰਦੂ ਨੇ ਮੈਨੂੰ ਧਮਕੀ ਦਿੱਤੀ ਹੈ, ਮੈਨੂੰ ਡਰਾਵਾ ਦਿੱਤਾ ਹੈ, ਪਰ ਇਸ ਗੱਲ ਦੀ ਖੁਸ਼ੀ ਵੀ ਹੋਈ ਕਿ ਚਲੋ ਹੁਣ ਮੇਰੀ ਚੰਦੂ ਨਾਲ ਸਾਂਝ ਪੈ ਜਾਏਗੀ, ਚੰਦੂ ਨਾਲ ਮੇਰੀ ਜਾਣਕਾਰੀ ਹੋ ਜਾਏਗੀ। ਚੰਦੂ ਏਡਾ ਵੱਡਾ ਦੀਵਾਨ ਹੈ ਬਾਦਸ਼ਾਹ ਦਾ, ਉਹਦੇ ਨਾਲ ਰਲ ਕੇ ਮੈਂ ਗੁਰੂ ਜੀ ਦਾ ਕੋਈ ਬੰਦੋਬਸਤ ਕਰ ਸਕਦਾ, ਗੁਰੂ ਜੀ ਨੂੰ ਮਾਰ ਸਕਦਾ, ਖਤਮ ਕਰ ਸਕਦਾ, ਕੋਈ ਵੀ ਤਰੀਕਾ ਅਪਣਾ ਸਕਦਾ। ਜੇ ਸੁਲੀ ਮਰਿਆ ਤੇ ਸੁਲੀ ਦੀ ਥਾਂ ਤੇ ਮੈਨੂੰ ਮੇਰਾ ਦੂਜਾ ਮਿੱਤਰ ਚੰਦੂ ਨਜ਼ਰ ਆਉਣ ਲੱਗ ਪਿਆ। ਇਹਨੇ ਉਹ ਚਿੱਠੀ ਪੜ੍ਹੀ। ਪੜ੍ਹ ਕੇ ਇਹਨੂੰ ਦੁੱਖ ਵੀ ਹੋਇਆ ਕਿਉਂਕਿ ਚੰਦੂ ਨੇ ਵਿੱਚ ਧਮਕੀਆਂ ਦਿੱਤੀਆਂ ਸੀ, ਇਹਨੂੰ ਡਰਾਵਾ ਦਿੱਤਾ ਹੋਇਆ ਸੀ। ਦੂਜੀ ਇਹਨੂੰ ਖੁਸ਼ੀ ਵੀ ਹੋਈ। ਪੁਨੇ ਬਾਕ ਪਾਖੀ ਹਲਕਾਰੇ। ਪ੍ਰਿਥੀ ਚੰਦ ਬੋਲਿਆ ਉਸ ਹਲਕਾਰੇ ਨੂੰ, ਕਹਿਣ ਲੱਗਾ ਤੁਮ ਕਿਮ ਬੈਠ ਰਹੇ ਸੁਖ ਮਾਨੇ। ਕਹਿੰਦਾ ਹਲਕਾਰੇ ਨੂੰ ਵੀ ਬੈਠੋ। ਅੱਗੋਂ ਹਲਕਾਰਾ ਬੋਲਿਆ, ਕਹਿੰਦਾ ਤੂੰ ਕਿਵੇਂ ਸੁੱਖ ਨਾਲ ਬੈਠਾ ਹੋ ਪ੍ਰਿਥੀਏ? ਆ ਕਿਵੇਂ ਤੂੰ ਸੁੱਖ ਦੇ ਨਾਲ ਆਰਾਮ ਦੇ ਨਾਲ ਬੈਠਾ ਹੋਇਆ? ਸ਼ਾਹ ਦੀਵਾਨ ਬੈਰ ਕੋਠਾਨੇ। ਤੂੰ ਬਾਦਸ਼ਾਹ ਦੇ ਦੀਵਾਨ ਚੰਦੂ ਦਾ ਦੁਸ਼ਮਣ ਹੈ, ਕਿਉਂਕਿ ਤੇਰਾ ਭਰਾ ਉਹਨਾਂ ਦਾ ਦੁਸ਼ਮਣ ਹੈ ਤੇ ਫਿਰ ਤੂੰ ਵੀ ਉਹਨਾਂ ਦਾ ਭਰਾ ਹੈ ਨਾ। ਉਹਨਾਂ ਦੇ ਦੁਸ਼ਮਣ ਦਾ ਭਰਾ ਵੀ ਫਿਰ ਉਹਨਾਂ ਦਾ ਦੁਸ਼ਮਣ ਹੀ ਹੋਇਆ। ਤੂੰ ਉਹਨਾਂ ਦੇ ਨਾਲ ਵੈਰ ਰੱਖ ਕੇ ਦੀਵਾਨ ਚੰਦੂ ਦੇ ਨਾਲ ਕਿਵੇਂ ਸੁੱਖ ਦੇ ਨਾਲ ਬੈਠਾ ਹੋਇਆ? ਨੈ ਆਪਨੋ ਤੁਮ ਜੀਵਨ ਚਾਹਾ। ਹਲਕਾਰਾ ਬੜਾ ਗੁੱਸੇ ਵਿੱਚ ਆ ਕੇ, ਤਾਬ ਵਿੱਚ ਆ ਕੇ ਬੋਲਿਆ, ਕਹਿੰਦਾ ਉਹ ਪ੍ਰਿਥੀ ਚੰਦ, ਤੈਨੂੰ ਆਪਣੀ ਜ਼ਿੰਦਗੀ ਨਹੀਂ ਚਾਹੀਦੀ? ਤੂੰ ਦੀਵਾਨ ਚੰਦੂ ਨਾਲ ਵੈਰ ਰੱਖ ਕੇ ਆਪਣੀ ਜ਼ਿੰਦਗੀ ਨਹੀਂ ਚਾਹੁੰਦਾ?
ਉਹਦੇ ਨਾਲ ਵੈਰ ਰੱਖ ਕੇ ਤੂੰ ਆਪਣੀ ਮੌਤ ਨੂੰ ਆਪ ਸਹੇੜ ਰਿਹਾ ਹੈ। जिसको हुक्म देश के माह ਦੀਵਾਨ ਚੰਦੂ ਐਡਾ ਵੱਡਾ ਦੀਵਾਨ ਹੈ ਜਿਹਦਾ ਹੁਕਮ ਸਾਰੇ ਦੇਸ਼ ਵਿੱਚ ਚੱਲਦਾ ਹੈ, ਜਿਹਦਾ ਹੁਕਮ ਜਿਹਦਾ ਸਿੱਕਾ ਸਾਰੇ ਹਿੰਦੁਸਤਾਨ ਵਿੱਚ ਚੱਲਦਾ ਹੈ। सुपतो के मन चिंत हट कर कै ਹੱਠ ਕਰਕੇ ਇੱਥੇ ਕਿਵੇਂ ਨਿਸ਼ਚਿੰਤ ਹੋ ਕੇ ਸੁੱਤਾ ਹੈ? ਚੰਦੂ ਨਾਲ ਵੈਰ ਰੱਖ ਕੇ, ਚੰਦੂ ਨਾਲ ਦੁਸ਼ਮਣੀ ਪਾ ਕੇ ਇੱਥੇ ਬੇਫਿਕਰੀ ਦੇ ਵਿੱਚ ਕਿਵੇਂ ਸੁੱਤਾ ਹੋਇਆ ਹੈ? चोरी में बिख तर को तर कै ਤੂੰ ਤਾਂ ਉਹ ਗੱਲ ਕੀਤੀ ਹੈ ਪ੍ਰਿਥੀ ਚੰਦ ਕਿ ਗੋਦੀ ਆਪਣੀ ਦੇ ਵਿੱਚ, ਝੋਲੀ ਆਪਣੀ ਦੇ ਵਿੱਚ ਜ਼ਹਿਰੀਲਾ ਸੱਪ ਪਾਇਆ ਹੋਇਆ ਹੈ। ਝੋਲੀ ਵਿੱਚ ਜ਼ਹਿਰੀਲਾ ਸੱਪ ਹੋਵੇ ਤੇ ਤੈਨੂੰ ਨੀਂਦ ਪੈ ਜਾਏ, ਤੂੰ ਬੇਫਿਕਰੀ ਵਿੱਚ ਸੁੱਤਾ ਹੋਵੇਂ। ਝੋਲੀ ਦੇ ਵਿੱਚ ਤੂੰ ਜ਼ਹਿਰੀਲਾ ਨਾਗ ਆਪਣੇ ਰੱਖ ਕੇ अब लग लखे संबंध बने ਤੇ हैं। ਤੂੰ ਬੇਫਿਕਰ ਹੋਇਆ ਫਿਰਦਾ, ਯਾਨੀ ਕਿ ਚੰਦੂ ਨਾਲ ਵੈਰ ਰੱਖ ਕੇ ਬੇਫਿਕਰ ਹੋਇਆ ਫਿਰਦਾ। ਹੁਣ ਤੱਕ ਤਾਂ ਚੰਦੂ ਨਰਮੀ ਨਾਲ ਪੇਸ਼ ਆ ਰਿਹਾ ਹੈ। ਉਹਦਾ ਕਾਰਨ ਇਹ ਹੈ ਕਿ ਚੰਦੂ ਚਾਹੁੰਦਾ ਹੈ ਕਿ ਉਹਦੀ ਲੜਕੀ ਦਾ ਨਾਤਾ ਗੁਰੂ ਘਰ ਨਾਲ ਜੁੜ ਜਾਏ। ਇਸ ਕਰਕੇ ਹਾਲੇ ਤੱਕ ਚੰਦੂ ਤੁਹਾਡੇ ਨਾਲ ਨਰਮੀ ਨਾਲ ਪੇਸ਼ ਆ ਰਿਹਾ ਹੈ। नहीं ता पातशाह सुनाए गए हैं। ਨਹੀਂ ਤਾਂ ਚੰਦੂ ਕਦੋਂ ਦਾ ਬਾਦਸ਼ਾਹ ਕੋਲ ਪੁਕਾਰ ਕਰਦਾ ਤੇ ਪੁਕਾਰ ਕਰਕੇ ਕਦੋਂ ਦਾ ਗੁਰੂ ਜੀ ਨੂੰ ਮੰਗਾ ਕੇ ਗ੍ਰਿਫਤਾਰ ਕਰਵਾ ਲੈਂਦਾ, ਕਦੋਂ ਦਾ ਗੁਰੂ ਜੀ ਨੂੰ ਪਕੜਾ ਕੇ ਕੈਦ ਵਿੱਚ ਸੁੱਟ ਦਿੰਦਾ। किसके बल अलंब को लिए ਇਹ ਪ੍ਰਿਥੀ ਚੰਦ ਤੂੰ ਵੀ ਉਹਦਾ ਹੀ ਭਰਾ ਆ ਨਾ ਜਿਹਨੇ ਚੰਦੂ ਨਾਲ ਵੈਰ ਵਿੱਢਿਆ ਹੋਇਆ, ਤੂੰ ਵੀ ਉਸੇ ਦਾ ਹੀ ਭਾਈ ਹੈ। ਦੱਸ ਤੁਸੀਂ ਕਿਹਦੇ ਆਸਰੇ ਦੇ ਉੱਤੇ ਇੰਨੇ ਨਿਡਰ ਹੋਏ ਫਿਰਦੇ ਹੋ? ਤੁਹਾਨੂੰ ਐਸਾ ਕਿਹੜਾ ਆਸਰਾ ਹੈ ਕਿ ਤੁਸੀਂ ਚੰਦੂ ਦਾ ਡਰ ਤੇ ਭੈ ਨਹੀਂ ਮੰਨਦੇ? बैठे बिना त्रास कर हिए ਬਿਨਾਂ ਡਰ ਤੋਂ, ਬਿਨਾਂ ਭੈ ਤੋਂ ਇੱਥੇ ਨਿਡਰ ਹੋ ਕੇ ਬੈਠੇ ਹੋਏ ਹੋ। ਨਾਲੇ ਬਾਦਸ਼ਾਹ ਦੀ ਜਗੀਰ ਲੈ ਕੇ ਤੂੰ ਇੱਥੇ ਰਹਿਣਾ। ਇਹ ਪਿੰਡ ਬਾਦਸ਼ਾਹ ਨੇ ਤੈਨੂੰ ਦਿੱਤਾ ਹੋਇਆ ਹੈ ਤੇ ਬਾਦਸ਼ਾਹ ਦੀ ਜਗੀਰ ਲੈ ਕੇ ਤੂੰ ਬਾਦਸ਼ਾਹ ਦੇ ਦੀਵਾਨ ਦੇ ਖਿਲਾਫ ਚੱਲੇ ਤੇ ਫਿਰ ਇੱਥੇ ਨਿਡਰ ਹੋ ਕੇ ਰਹੇ। ਇਹ ਤੁਹਾਡੇ ਵਾਸਤੇ ਚੰਗੀ ਗੱਲ ਨਹੀਂ। सुन प्रीतिये डर कीन कनेरा ਇਹ ਸੁਣ ਕੇ ਹਲਕਾਰੇ ਦੀ ਗੱਲ ਇੱਕ ਵਾਰੀ ਤਾਂ ਪ੍ਰਿਥੀ ਚੰਦ ਪਸੀਨੋ ਪਸੀਨੀ ਹੋ ਗਿਆ, ਡਰ ਗਿਆ, ਇੱਕਦਮ ਭੈ ਭੀਤ ਹੋ ਗਿਆ ਕਿ ਮੈਨੂੰ ਇਹ ਗੁਰੂ ਅਰਜਨ ਦੇਵ ਸਾਹਿਬ ਦਾ ਪੱਖੀ ਸਮਝ ਰਹੇ ਨੇ, ਉਹਦਾ ਭਰਾ ਸਮਝ ਰਹੇ ਨੇ। ਭਾਵੇਂ ਮੈਂ ਉਹਨਾਂ ਦਾ ਭਰਾ ਹਾਂ ਪਰ ਮੇਰਾ ਉਹਨਾਂ ਨਾਲ ਭਰਾਵਾਂ ਵਾਲਾ ਕੋਈ ਸੰਬੰਧ ਨਹੀਂ, ਉਹ ਤਾਂ ਮੇਰੇ ਵੱਡੇ ਦੁਸ਼ਮਣ ਨੇ। ਪਰ ਇਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ, ਇਸੇ ਕਰਕੇ ਮੈਨੂੰ ਡਰਾ ਰਹੇ ਨੇ, ਧਮਕਾ ਰਹੇ ਨੇ। बिगड़ न जाए अनुज संग मेरा ਉਸ ਵੇਲੇ ਇਹ ਬੋਲਿਆ, ਕਹਿਣ ਲੱਗਾ ਕਿਤੇ ਐਸਾ ਨਾ ਹੋਵੇ ਕਿ ਛੋਟੇ ਭਰਾ ਦੇ ਨਾਲ ਮੇਰਾ ਵੀ ਕੁਝ ਵਿਗੜ ਨਾ ਜਾਵੇ। ਜਿੱਥੇ ਛੋਟੇ ਭਰਾ ਦਾ ਤਾਂ ਹੁਣ ਅੰਤ ਆਉਣ ਹੀ ਵਾਲਾ ਮੈਨੂੰ ਨਜ਼ਰ ਆ ਰਿਹਾ ਹੈ, ਕਿਤੇ ਉਹਦੇ ਨਾਲ ਮੇਰਾ ਵੀ ਕੋਈ ਵਿਗਾੜ ਨਾ ਹੋ ਜਾਵੇ। मैं अत बुरा कीन बिलमायो ਮੈਂ ਬੁਰਾ ਕੀਤਾ ਕਿ ਹੁਣ ਤਾਈਂ ਦੇਰੀ ਕੀਤੀ ਹੈ। ਮੈਨੂੰ ਤਾਂ ਚੰਦੂ ਕੋਲ ਬੜੀ ਛੇਤੀ ਪਹਿਲਾਂ ਪਹੁੰਚ ਜਾਣਾ ਚਾਹੀਦਾ ਸੀ। ਮੈਨੂੰ ਤਾਂ ਪਹਿਲਾਂ ਚੰਦੂ ਕੋਲ ਜਾ ਕੇ ਪੁਕਾਰ ਕਰਕੇ ਉਹਦੇ ਨਾਲ ਮਿੱਤਰਤਾ ਕਰਨੀ ਚਾਹੀਦੀ ਸੀ। अपन द्वेष को नहीं लखायो ਮੈਂ ਆਪਣੇ ਹਿਰਦੇ ਦੀ ਜਿਹੜੀ ਦਵੈਸ਼ ਹੈ ਗੁਰੂ ਅਰਜਨ ਦੇਵ ਸਾਹਿਬ ਦੇ ਖਿਲਾਫ, ਮੇਰੇ ਮਨ ਵਿੱਚ ਜਿਹੜਾ ਗੁਰੂ ਅਰਜਨ ਦੇਵ ਸਾਹਿਬ ਪ੍ਰਤੀ ਵੈਰ ਹੈ, ਇਹ ਵੈਰ ਮੈਂ ਹਾਲੇ ਤੱਕ ਚੰਦੂ ਨੂੰ ਜਣਾ ਨਹੀਂ ਸਕਿਆ, ਚੰਦੂ ਨੂੰ ਜਾ ਕੇ ਦੱਸ ਨਹੀਂ ਸਕਿਆ। भ्राता जान गए जब आई ਕਿਤੇ ਐਸਾ ਨਾ ਹੋਵੇ ਕਿ ਚੰਦੂ ਮੈਨੂੰ ਗੁਰੂ ਜੀ ਦਾ ਭਰਾ ਸਮਝ ਕੇ ਪਕੜ ਲਵੇ, ਆ ਕੇ ਆਪਣੀ ਫੌਜ ਭੇਜ ਕੇ, ਸਿਪਾਹੀ ਭੇਜ ਕੇ ਮੈਨੂੰ ਗ੍ਰਿਫਤਾਰ ਕਰ ਲਵੇ। पत बिगड़े क्या बने उपाई ਫਿਰ ਮੇਰੀ ਪੱਤ ਵਿਗੜ ਜਾਏਗੀ, ਲੱਥ ਜਾਏਗੀ, ਫਿਰ ਮੇਰੇ ਕੋਲੋਂ ਕੋਈ ਉਪਾਅ
ਨਹੀਂ ਹੋ ਸਕਣਾ। ਚੰਦੂ ਸੰਗ ਬੈਰ ਤਿਸ ਕੇਰਾ। ਗੁਰੂ ਅਰਜਨ ਦੇਵ ਸਾਹਿਬ ਦਾ ਚੰਦੂ ਦੇ ਨਾਲ ਵੱਡਾ ਭਾਰੀ ਵੈਰ ਹੈ। ਇਸ ਮੈਂ ਭਲਾ ਭਇਓ ਅਤ ਮੇਰਾ। ਇਹਦੇ ਵਿੱਚ ਮੇਰਾ ਬੜਾ ਫਾਇਦਾ ਹੈ, ਇਹਦੇ ਵਿੱਚ ਮੇਰਾ ਬੜਾ ਲਾਭ ਹੈ ਕਿ ਜਿਹੜਾ ਗੁਰੂ ਦਾ ਚੰਦੂ ਨਾਲ ਵੈਰ ਹੈ ਤੇ ਚੰਦੂ ਗੁਰੂ ਜੀ ਦਾ ਵੈਰੀ ਬਣਿਆ ਹੋਇਆ ਹੈ। ਤਉ ਜਨਾਏ ਬਿਨ ਨਿਜ ਦ્વੈਖ। ਪਰ ਫਿਰ ਵੀ ਮੈਨੂੰ ਇਹਨਾਂ ਨੂੰ ਦੱਸਣਾ ਪਏਗਾ, ਚੰਦੂ ਨੂੰ ਦੱਸਣਾ ਪਏਗਾ ਕਿ ਮੈਂ ਭਾਵੇਂ ਰਿਸ਼ਤੇ ਵਿੱਚ ਗੁਰੂ ਜੀ ਦਾ ਭਰਾ ਲੱਗਦਾ ਪਰ ਮੇਰਾ ਉਹਨਾਂ ਦੇ ਨਾਲ ਕੋਈ ਭਾਈਚਾਰਾ ਨਹੀਂ ਹੈ। ਮੈਂ ਤਾਂ ਉਹਨਾਂ ਨੂੰ ਆਪਣਾ ਬੜਾ ਵੱਡਾ ਦੁਸ਼ਮਣ ਸਮਝਦਾ। ਕਈ ਵਾਰ ਉਹਨਾਂ ਦੇ ਖਿਲਾਫ ਬਾਦਸ਼ਾਹ ਕੋਲ ਪੁਕਾਰਾਂ ਕਰ ਚੁੱਕਾ। ਸੁਲੇਖਾਂ ਖਾਂ ਵਰਗਿਆਂ ਨੂੰ ਮੈਂ ਉਹਨਾਂ ਦੇ ਖਿਲਾਫ ਕਈ ਵਾਰੀ ਚੜਾ ਕੇ ਲਿਆ ਚੁੱਕਾ। ਮੈਨੂੰ ਇਹ ਗੱਲ ਚੰਦੂ ਨੂੰ ਜਣਾਣੀ ਪਵੇਗੀ, ਦੱਸਣੀ ਪਵੇਗੀ। ਮੋ ਕਹੋ ਬੁਰਾ ਬਨੇ ਸੋ ਵਿਸ਼ੇਕ। ਔਰ ਜੇ ਮੈਂ ਚੰਦੂ ਨੂੰ ਇਹ ਗੱਲ ਨਾ ਦੱਸੀ ਤੇ ਚੰਦੂ ਫਿਰ ਮੇਰਾ ਵੀ ਬੁਰਾ ਕਰ ਸਕਦਾ, ਉਹ ਮੇਰਾ ਵੀ ਨੁਕਸਾਨ ਕਰ ਸਕਦਾ ਹੈ। ਇਮ ਵਿਚਾਰ ਚਾਰ ਜੋ ਸਨਮਾਨਾ। ਇਹ ਤਾਂ ਵਿਚਾਰ ਕਰਕੇ ਬਾਬੇ ਪ੍ਰਿਥੀ ਚੰਦ ਨੇ ਪਹਿਲਾਂ ਤਾਂ ਜਿਹੜਾ ਉਹ ਹਲਕਾਰਾ ਆਇਆ ਸੀ ਨਾ ਉਹਦਾ ਬੜਾ ਸਨਮਾਨ ਕੀਤਾ। ਕਹਿੰਦਾ ਹਲਕਾਰਾ ਸਾਹਿਬ ਬੈਠੋ ਬੈਠੋ, ਜਲ ਪਾਣੀ ਛਕੋ। ਏਦਾਂ ਗੁੱਸੇ ਵਿੱਚ ਕਿਉਂ ਆਉਂਦੇ ਜੇ, ਬੈਠੋ। ਉਹਨੂੰ ਪਹਿਲਾਂ ਬੜੇ ਪਿਆਰ ਨਾਲ ਠਰਮੇ ਨਾਲ ਉਹਦਾ ਸਤਿਕਾਰ ਕਰਕੇ ਉਹਨੂੰ ਬਿਠਾਇਆ। ਦੀਨ ਬਾਤ ਤੈ ਸਾਤ ਬਖਾਨਾ। ਫਿਰ ਪ੍ਰਿਥੀ ਚੰਦ ਹੱਥ ਜੋੜ ਕੇ ਉਸ ਹਲਕਾਰੇ ਦੇ ਅੱਗੇ ਬੜਾ ਦੀਨ ਹੋ ਕੇ ਉਹਨੂੰ ਬੋਲਿਆ, ਕਹਿਣ ਲੱਗਾ, ਜਿਨ ਚੰਦੂ ਕੇ ਸੰਗ ਬਿਕਾਰੀ। ਕਹਿਣ ਲੱਗਾ ਜਿਸ ਗੁਰੂ ਅਰਜਨ ਦੇਵ ਸਾਹਿਬ ਨੇ ਦੀਵਾਨ ਚੰਦੂ ਦੇ ਨਾਲ ਵਿਗਾੜੀ ਹੋਈ ਹੈ, ਸੋ ਤੋ ਮੋਰ ਸ਼ਤਰੂ ਹੈ ਭਾਰੀ। ਉਹ ਤਾਂ ਮੇਰਾ ਬੜਾ ਵੱਡਾ ਸ਼ਤਰੂ ਹੈ, ਉਹ ਤਾਂ ਮੇਰਾ ਬੜਾ ਵੱਡਾ ਦੁਸ਼ਮਣ ਹੈ। ਜੇ ਤੈ ਸੰਗ ਕਰਨ ਕੁਛ ਚਾਹੋ। ਔਰ ਜੇਕਰ ਤੁਸੀਂ ਉਹਦੇ ਨਾਲ ਕੁਝ ਕਰਨਾ ਚਾਹੁੰਦੇ ਹੋ, ਜੇਕਰ ਤੁਸੀਂ ਗੁਰੂ ਅਰਜਨ ਦੇਵ ਸਾਹਿਬ ਦੇ ਖਿਲਾਫ ਕੁਝ ਕਰਨਾ ਚਾਹੁੰਦੇ ਹੋ, ਬਨੋ ਸਹਾਇਕ ਸਦਾ ਉਮਾਹੋ। ਮੈਂ ਉਹਦੇ ਵਿੱਚ ਤੁਹਾਡੀ ਸਹਾਇਤਾ ਕਰਾਂਗਾ, ਮਦਦ ਕਰਾਂਗਾ, ਸਗੋਂ ਗੁਰੂ ਜੀ ਦਾ ਪੱਖ ਨਹੀਂ ਪੂਰਾਂਗਾ। ਜੇ ਦੀਵਾਨ ਚੰਦੂ ਗੁਰੂ ਅਰਜਨ ਦੇਵ ਸਾਹਿਬ ਦੇ ਖਿਲਾਫ ਕੋਈ ਕਾਰਵਾਈ ਕਰੇਗਾ ਨਾ ਤਾਂ ਮੈਂ ਉਹਦੇ ਵਿੱਚ ਚੰਦੂ ਦੀ ਮਦਦ ਕਰਾਂਗਾ, ਗੁਰੂ ਅਰਜਨ ਦੇਵ ਸਾਹਿਬ ਦੀ ਨਹੀਂ। ਮੋਕੋ ਇਸ਼ਟ ਹਤਨ ਤਿਸ ਕੇਰਾ। ਮੈਨੂੰ ਤਾਂ ਇਹ ਗੱਲ ਪਿਆਰੀ ਹੈ ਕਿ ਮੈਂ ਕਿਸੇ ਤਰੀਕੇ ਗੁਰੂ ਅਰਜਨ ਦੇਵ ਸਾਹਿਬ ਨੂੰ ਖਤਮ ਕਰ ਦੇਵਾਂ, ਉਹਨਾਂ ਨੂੰ ਮਾਰ ਕੇ ਮੁਕਾ ਦੇਵਾਂ। ਮੇਰੇ ਮਨ ਵਿੱਚ ਤਾਂ ਇਹ ਭਾਰੀ ਇੱਛਾ ਹੈ ਕਿ ਪਤਾ ਵੇਲੇ ਕਿਹੜਾ ਸਮਾਂ ਇਹੋ ਜਿਹਾ ਆਵੇ ਕਿ ਜਦੋਂ ਮੈਂ ਗੁਰੂ ਅਰਜਨ ਦੇਵ ਸਾਹਿਬ ਨੂੰ ਮਾਰ ਦੇਵਾਂ। ਪ੍ਰਿਥੀ ਚੰਦ ਦੀ ਇਹ ਬਿਰਤੀ ਸੀ ਵੀ। ਧੰਨ ਗੁਰੂ ਹਰਗੋਬਿੰਦ ਜਿਹੜਾ ਇੱਕ ਛੋਟੇ ਜਿਹੇ ਬਾਲਕ ਨੂੰ ਮਾਰਨ ਵਾਸਤੇ ਕਈ ਵਾਰੀ ਜ਼ਹਿਰ ਦੇ ਸਕਦਾ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਉਹ ਗੁਰੂ ਅਰਜਨ ਦੇਵ ਸਾਹਿਬ ਨਾਲ ਕੀ ਕਰਨ ਵਾਸਤੇ ਨਹੀਂ ਸੀ ਤਿਆਰ ਹੋਣਾ। ਇੱਕ ਬੱਚੇ ਨਾਲ ਜਿਹੜਾ ਇੰਨਾ ਵੈਰ ਕੱਢ ਰਿਹਾ ਸੀ, ਗੁਰੂ ਸਾਹਿਬ ਦਾ ਕਿੱਡਾ ਵੱਡਾ ਵਿਰੋਧੀ ਹੋਵੇਗਾ ਪ੍ਰਿਥੀਆ। ਕਹਿੰਦਾ ਜਦੋਂ ਚੰਦੂ ਉਹਨਾਂ ਦੇ ਖਿਲਾਫ ਕੋਈ ਕੰਮ ਕਰੇਗਾ ਨਾ ਤੇ ਮੈਂ ਚੰਦੂ ਦੀ ਮਦਦ ਕਰਾਂਗਾ। ਇਸ ਬਿਦ ਦੇਹੋ ਸੰਦੇਸਾ ਮੋਰਾ। ਮੇਰਾ ਇਹ ਸੁਨੇਹਾ ਜਾ ਕੇ ਦੀਵਾਨ ਚੰਦੂ ਨੂੰ ਤੂੰ ਦੇ ਦੇ ਕਿ ਮੈਂ ਉਹਨਾਂ ਦਾ ਕੋਈ ਭਰਾ ਨਹੀਂ। ਜਿੱਡਾ ਵੱਡਾ ਦੁਸ਼ਮਣ ਚੰਦੂ ਹੈ ਨਾ ਗੁਰੂ ਜੀ ਦਾ, ਉਹਦੇ ਨਾਲੋਂ ਕਈ ਗੁਣਾ ਵੱਡਾ ਦੁਸ਼ਮਣ ਮੈਂ ਹਾਂ ਗੁਰੂ ਅਰਜਨ ਦੇਵ ਦਾ। ਜਿਸ ਦਿਨ ਗਹੋ ਕਿ ਮਾਰੋ ਤਾਏ। ਜਿਸ ਦਿਨ ਤੂੰ ਕਰਨਾ ਚ ਲਿਆ ਕੇ ਅਰਣ ਕਰਦੇ ਹਨ, ਭਇਓ ਤਨੀ ਬੋ ਉਰ ਗਰ ਭਾਵੈ। ਉਹ ਬੜਾ ਧਨਾੜ ਹੋ ਚੁੱਕਾ ਹੈ, ਜਿਸ ਕਰਕੇ ਉਹਦੇ ਮਨ ਵਿੱਚ ਬੜਾ ਹੰਕਾਰ ਹੈ ਆਪਣੇ ਧਨੀ ਹੋਣ ਦਾ। ਛੀਨ ਲੀਨ ਮੇਰੋ ਅਧਿਕਾਰਾ। ਮੇਰੇ ਵੱਡੇ ਭਰਾ ਦੇ ਜਿੰਨੇ ਅਧਿਕਾਰ ਸਨ, ਮੇਰੇ ਸਾਰੇ ਅਧਿਕਾਰ ਉਹਨੇ ਖੋਹ ਲਏ ਹਨ।
ਪਿਤਪੁਰ ਤੇ ਕੈ ਵਹਿਰ ਨਿਕਾਰਾ। ਮੈਨੂੰ ਮੇਰੇ ਪਿਤਾ ਗੁਰੂ ਅਮਰ ਰਾਮਦਾਸ ਜੀ ਦੀ ਨਗਰੀ ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਵਿੱਚੋਂ ਵੀ ਬਾਹਰ ਕੱਢ ਦਿੱਤਾ। ਇਹ ਨਹੀਂ ਦੱਸਿਆ ਵੀ ਮੈਂ ਆਪਣੀਆਂ ਕਰਤੂਤਾਂ ਕਰਕੇ ਆਇਆ ਉੱਥੋਂ। ਗੁਰੂ ਹਰਗੋਬਿੰਦ ਸਾਹਿਬ ਨੂੰ ਜ਼ਹਿਰ ਦਿੰਦਾ ਜਦੋਂ ਫੜਿਆ ਗਿਆ, ਉਦੋਂ ਜਦੋਂ ਨੱਕ ਵਿਖਾਉਣ ਜੋਗਾ ਨਹੀਂ ਰਿਹਾ, ਬਾਹਰ ਸ਼ਕਲ ਵਿਖਾਉਣ ਜੋਗਾ ਨਹੀਂ ਰਿਹਾ, ਤੇ ਸ਼ਹਿਰ ਛੱਡ ਕੇ ਆਇਆ। ਕੱਢਿਆ ਤਾਂ ਨਹੀਂ ਸੀ ਕਿਸੇ ਨੇ ਨੂੰ, ਆਪ ਹੀ ਆਇਆ। ਪਰ ਕਹਿੰਦਾ ਮੈਨੂੰ ਉਹਨਾਂ ਨਾਲੇ ਸਾਰੀਆਂ ਗੱਲਾਂ ਨੂੰ ਜ਼ੁਬਾਨੀ ਵੀ ਸੁਣਾਈਆਂ। ਕੁਛ ਕੁ ਦਰਬ ਦੇ ਆਦਰ ਧਾਰੇ, ਫਿਰ ਕੁਝ ਕੁ ਪੈਸੇ ਵੀ ਦਿੱਤੇ ਉਸ ਹਲਕਾਰੇ ਨੂੰ, ਕੁਝ ਕੁ ਰੁਪਈਏ ਦੇ ਕੇ ਵੀ ਉਹਦਾ ਸਤਿਕਾਰ ਕੀਤਾ। ਖਾਨ ਪਾਨ ਆਛੇ ਕਰਵਾਏ, ਔਰ ਬੜੇ ਸਤਿਕਾਰ ਨਾਲ ਉਹਨੂੰ ਖਾਨ ਪਾਨ ਕਰਵਾਇਆ। ਸੋਹਣੇ ਢੰਗ ਨਾਲ ਲੰਗਰ ਪ੍ਰਸ਼ਾਦਾ ਛਕਾ ਕੇ ਵਧੀਆ ਖਿਲਤ ਦਿੱਤੀ, ਸੋਹਣੇ ਬਸਤਰ ਵੀ ਉਹਨੂੰ ਦਿੱਤੇ, ਹਲਕਾਰਾ ਖੁਸ਼ ਹੋ ਕੇ ਜਾਵੇ। ਗੁਰੂ ਦੁਐਸ਼ ਕੋ ਬਹੁ ਸਮਝਾਏ, ਔਰ ਸਤਿਗੁਰਾਂ ਦੇ ਨਾਲ ਜਿਹੜੀ ਇਹਦੇ ਹਿਰਦੇ 'ਚ ਦਵੈਸ਼ ਹੈ, ਉਹ ਦਵੈਸ਼ ਨੇ ਉਸ ਹਲਕਾਰੇ ਨੂੰ ਵੀ ਚੰਗੀ ਤਰ੍ਹਾਂ ਸਮਝਾ ਦਿੱਤੀ ਕਿ ਜਾ ਕੇ ਤੂੰ ਚੰਦੂ ਨੂੰ ਚੰਗੀ ਤਰ੍ਹਾਂ ਇਹ ਕੱਲੀ ਕੱਲੀ ਗੱਲ ਮੇਰੇ ਵੱਲੋਂ ਦੱਸ ਦੇਵੀਂ। ਚਾਰ ਵਿਸਰਜਨ ਕਰਿਓ ਆਨੰਦੇ, ਉਹ ਜਿਹੜਾ ਹਲਕਾਰਾ ਸੀ ਲੈ ਕੇ ਚਿੱਠੀ ਪ੍ਰਿਥੀਏ ਦੀ, ਇਹ ਵਾਪਸ ਚੰਦੂ ਵੱਲ ਚੱਲ ਪਿਆ। ਜਾਣਿਓ ਅਬ ਹੈ ਕਾਜ ਬਿਲੰਦੇ, ਔਰ ਜਾਣਿਆ ਕਿ ਹੁਣ ਇਹ ਬੜਾ ਵੱਡਾ ਕਾਰਜ ਹੋ ਗਿਆ ਮੇਰਾ। ਜਥਾ ਅਚਾਨਕ ਸੁਲਈ ਮਾਰਿਓ, ਕਹਿਣ ਲੱਗਾ, ਪ੍ਰਿਥੀਆ ਸੋਚਦਾ ਹੈ, ਕਹਿੰਦਾ ਜਿਵੇਂ ਅਚਾਨਕ ਮੇਰਾ ਮਿੱਤਰ ਸੁਲੀ ਖਾਂ ਮਾਰਿਆ ਗਿਆ, ਤਥਾ ਕਾਜ ਮਮ ਗੁਰੂ ਸੁਧਾਰਿਓ, ਕਹਿੰਦਾ ਉਸੇ ਤਰ੍ਹਾਂ ਹੀ ਅਚਾਨਕ ਹੀ ਮੇਰਾ ਕੰਮ ਆ ਬਣਿਆ ਕਿ ਚੰਦੂ ਆਪੇ ਹੀ ਮੇਰੇ ਘਰ ਪਹੁੰਚ ਗਿਆ। ਮੈਂ ਤਾਂ ਉਹਨੂੰ ਮਿਲਣ ਵਾਸਤੇ ਹਾਲੇ ਸੋਚ ਰਿਹਾ ਸੀ, ਉਹਦੇ ਨਾਲ ਆਪੇ ਹੀ ਵਿਧ ਬਣ ਗਈ ਹੈ ਮੇਲ ਮਿਲਾਪ ਕਰਨ ਦੀ। ਜੇ ਇੱਕ ਪਾਸੇ ਮੇਰਾ ਸੁਲੀ ਖਾਂ ਮਿੱਤਰ ਮਰਿਆ ਤੇ ਦੂਜੇ ਪਾਸੇ ਉਹਦੇ ਨਾਲੋਂ ਵੀ ਜ਼ਿਆਦਾ ਤਾਕਤਵਰ ਮਿੱਤਰ ਮੇਰਾ ਬਣ ਗਿਆ ਹੈ। ਹਰਕ ਕਰਤ ਚਿਤਵਤ ਨਿਤ ਐਸੇ, ਬੜਾ ਖੁਸ਼ ਹੋ ਰਿਹਾ ਪ੍ਰਿਥੀਆ, ਆਪਣੇ ਮਨ ਹੀ ਮਨ ਬੜੀਆਂ ਖੁਸ਼ੀਆਂ ਮਨਾ ਰਿਹਾ ਹੈ। ਚੰਦੂ ਬਿਗੜ ਗਏ ਗੁਰ ਜੈਸੇ, ਔਰ ਸੋਚਦਾ ਹੈ ਕਿ ਇਹ ਤਾਂ ਬੜਾ ਵਧੀਆ ਹੋਇਆ ਕਿ ਚੰਦੂ ਗੁਰੂ ਜੀ ਦੇ ਨਾਲ ਵਿਗੜਿਆ ਹੋਇਆ, ਉਹਦਾ ਗੁਰੂ ਜੀ ਨਾਲ ਵਿਗਾੜ ਪੈ ਚੁੱਕਾ ਹੈ। ਦਿੱਲੀ ਬਰਿਓ ਜਾਏ ਹਲਕਾਰਾ, ਪ੍ਰਿਥੀਆ ਬੜੀ ਖੁਸ਼ੀ ਮਨਾ ਰਿਹਾ ਹੈ ਕਿ ਜਿਵੇਂ ਸੁਲੀ ਖਾਂ ਅਚਾਨਕ ਮਰਿਆ, ਏਦਾਂ ਅਚਾਨਕ ਹੀ ਮੇਰੀ ਮਿੱਤਰਤਾ ਚੰਦੂ ਦੇ ਨਾਲ ਜਾ ਪਈ ਹੈ। ਇਧਰੋਂ ਹਲਕਾਰਾ ਚਿੱਠੀ ਲੈ ਕੇ ਬਾਬੇ ਪ੍ਰਿਥੀ ਚੰਦ ਦੀ ਚੰਦੂ ਦੇ ਕੋਲ ਦਿੱਲੀ ਪਹੁੰਚਿਆ। ਪਾਤੀ ਦੇਤ ਬਿਰਤਾਂਤ ਉਚਾਰਾ, ਚਿੱਠੀ ਜਾ ਕੇ ਇਹਨੇ ਚੰਦੂ ਨੂੰ ਦਿੱਤੀ। ਚੰਦੂ ਨੂੰ ਉਹ ਚਿੱਠੀ ਦੇ ਕੇ ਸਾਰਾ ਬਿਰਤਾਂਤ ਸੁਣਾਇਆ। ਕਹਿਣ ਲੱਗਾ, ਅਨੁਜ ਸਾਥ ਸੋ ਬੈਰ ਤਰੰਤਾ, ਲੱਗਾ ਬਾਬਾ ਜੀ ਤੁਸੀਂ ਤਾਂ ਪ੍ਰਿਥੀ ਚੰਦ ਨੂੰ ਦੁਸ਼ਮਣ ਸਮਝਦੇ ਸੀ ਆਪਣਾ, ਉਹ ਤਾਂ ਸਾਡੇ ਨਾਲੋਂ ਵੀ ਜ਼ਿਆਦਾ ਵੱਡਾ ਦੁਸ਼ਮਣ ਹੈ ਗੁਰੂ ਅਰਜਨ ਦੇਵ ਸਾਹਿਬ ਦਾ। ਆਪਣੀ ਦੁਸ਼ਮਣੀ ਤਾਂ ਹਾਲੇ ਕੱਲ ਪਈ ਹੈ, ਉਹਦੀ ਦੁਸ਼ਮਣੀ ਤਾਂ ਏਦਾਂ ਜਾਪਦਾ ਪਤਾ ਨਹੀਂ ਕਿੰਨੇ ਕੁ ਜਨਮਾਂ ਦੀ ਹੋਵੇ। ਉਹ ਤਾਂ ਬੜਾ ਵੱਡਾ ਦਵੈਸ਼ੀ ਹੈ ਗੁਰੂ ਜੀ ਦਾ। ਪ੍ਰਾਨ ਹਾਨ ਲੋ ਯਤਨ ਕਰੰਤਾ, ਉਹ ਤਾਂ ਯਤਨ ਕਰ ਰਿਹਾ ਵੀ ਕਿਸੇ ਤਰੀਕੇ ਗੁਰੂ ਅਰਜਨ ਦੇਵ ਸਾਹਿਬ ਨੂੰ ਕਤਲ ਕਰ ਸਕੇ, ਉਹਨਾਂ ਨੂੰ ਖਤਮ ਕਰਕੇ ਮਾਰ ਸਕੇ, ਉਹ ਤਾਂ ਇਹ ਯਤਨ ਕਰ ਰਿਹਾ ਹੈ। ਸੁਲਈ ਤੇ ਚਾਹਤ ਗੈਵਾਇਓ, ਉਹ ਤਾਂ ਸੁਲੀ ਖਾਂ ਨੂੰ ਵੀ ਸੱਦਿਆ ਸੀ ਤੇ ਸੁਲੀ ਖਾਂ ਨੂੰ ਸੱਦ ਕੇ ਉਹਦੇ ਕੋਲੋਂ ਗੁਰੂ ਅਰਜਨ ਦੇਵ ਸਾਹਿਬ ਨੂੰ ਪਕੜਾਣਾ ਚਾਹੁੰਦਾ ਸੀ। ਸੋ ਮਰ ਕਰ ਜਮ ਧਾਮ ਸਿਧਾਇਓ, ਪਰਮੇਸ਼ਰ ਵੱਲੋਂ ਕੋਈ ਦੇਵ ਨੇਤ ਹੋਈ, ਉਹ ਸੁਲੀ ਖਾਂ ਮਰ ਗਿਆ ਤੇ ਮਰ ਕੇ ਜਮਪੁਰੀ ਨੂੰ ਚਲਾ ਗਿਆ। ਅਬ ਬਾਚਤ ਉਰ ਹਤੇ ਦੀਵਾਨ, ਹੁਣ ਵੀ ਉਹ ਚਾਹੁੰਦਾ ਹੈ ਕਿ ਦੀਵਾਨ ਚੰਦੂ ਯਾਨੀ ਕਿ ਤੁਹਾਡੇ ਸਬੰਧ ਵਿੱਚ ਉਹ ਚਾਹੁੰਦਾ ਹੈ ਕਿ ਤੁਸੀਂ ਗੁਰੂ ਅਰਜਨ ਦੇਵ ਸਾਹਿਬ ਨੂੰ ਮਾਰ ਕੇ ਮੁਕਾ ਦਿਓ। ਮੋ ਸਮੀਪ ਬੋ ਬਾਰ ਬਖਾਨ, ਇਹ ਗੱਲ ਉਹਨੇ ਮੇਰੇ ਕੋਲ ਕਈ ਵਾਰ ਕਹੀ ਹੈ। ਮੇਲ ਚੈਤ ਰਾਵਰ ਸੰਗ, ਉਹ ਤੁਹਾਡੇ ਨਾਲ ਮੇਲ ਚਾਹੁੰਦਾ,
ਉਹ ਤੁਹਾਡੇ ਨਾਲ ਮੁਲਾਕਾਤ ਕਰਨੀ ਚਾਹੁੰਦਾ ਹੈ। ਕਰੇ ਯਤਨ ਗੈ ਬੇਗੁਰ ਅੰਗ। ਔਰ ਉਹ ਯਤਨ ਕਰ ਰਿਹਾ ਹੈ ਕਿ ਕਿਸੇ ਯਤਨ ਦੇ ਨਾਲ ਗੁਰੂ ਅਰਜਨ ਦੇਵ ਸਾਹਿਬ ਜੀ ਪਕੜੇ ਜਾਣ, ਕੈਦ ਵਿੱਚ ਚਲੇ ਜਾਣ ਜਾਂ ਮਾਰੇ ਜਾਣ। ਆਪ ਹਕਾਰੋ ਤੂਰ ਨ ਆਵੇ। ਇਹ ਦੀਵਾਨ ਚੰਦੂ, ਜੇ ਤੂੰ ਬਾਬੇ ਪ੍ਰਿਥੀ ਚੰਦ ਨੂੰ ਆਪਣੇ ਕੋਲ ਬੁਲਾ ਲਵੇਂ ਤਾਂ ਜਿਵੇਂ ਤੀਰ ਨਹੀਂ ਛੁੱਟਦਾ ਕਮਾਨ ਚੋਂ, ਏਦਾਂ ਦੌੜਿਆ ਆਵੇਗਾ ਉਹ ਤੁਹਾਡੇ ਕੋਲ, ਤੁਹਾਡੇ ਸੱਦੇ ਤੇ ਬਿਨਾਂ ਦੇਰੀ ਤੋਂ ਤੁਹਾਡੇ ਕੋਲ ਆਵੇਗਾ। ਅਨਕ ਪਾਤ ਕੀ ਘਾਤ ਬਤਾਵੇ। ਔਰ ਅਨਕ ਪ੍ਰਕਾਰ ਦੇ ਤਰੀਕੇ, ਉਕਤੀਆਂ ਜੁਗਤੀਆਂ ਤੁਹਾਨੂੰ ਆ ਕੇ ਦੱਸੇਗਾ ਕਿ ਤੁਸੀਂ ਕਿਵੇਂ ਗੁਰੂ ਅਰਜਨ ਦੇਵ ਸਾਹਿਬ ਨੂੰ ਪਕੜ ਸਕਦੇ ਹੋ, ਮਾਰ ਸਕਦੇ ਹੋ। ਤੁਮ ਕੋ ਹੋਏ ਸੁਖੈਨ ਗੈ ਲੈਨੋ। ਔਰ हे ਦੀਵਾਨ ਚੰਦੂ, ਜੇ ਪ੍ਰਿਥੀ ਚੰਦ ਆ ਕੇ ਉਹਨਾਂ ਦਾ ਭੇਤ ਤੁਹਾਨੂੰ ਦੱਸੇ ਤੇ ਤੁਹਾਨੂੰ ਵੀ ਉਹਨਾਂ ਨੂੰ ਮਾਰਨਾ ਸੌਖਾ ਹੋ ਜਾਏਗਾ, ਸੁਖਾਲਾ ਹੋ ਜਾਵੇਗਾ। ਚਾਹੋ ਸਜਾਏ ਕਰੋ ਤਬ ਦੇਨੋ। ਫਿਰ ਜੋ ਤੇਰੇ ਮਨ ਵਿੱਚ ਆਵੇ ਉਹੀ ਸਜ਼ਾ ਤੂੰ ਗੁਰੂ ਜੀ ਨੂੰ ਦੇ ਲਵੇਂ। ਕੈ ਕਨਿਆ ਕੋ ਲੈ ਹੋ ਨਾਤਾ। ਜਾਂ ਫਿਰ ਆਪਣੀ ਲੜਕੀ ਦਾ ਨਾਤਾ ਲੈ ਕੇ ਉਹਨਾਂ ਨੂੰ ਆਪਣੀ ਗੱਲ ਮਨਾ ਲਵੇਂ। ਕੈ ਮਾਨੇ ਨਿਜ ਪ੍ਰਾਨਨ ਘਾਤਾ। ਜਾਂ ਫਿਰ ਉਹ ਆਪਣੇ ਪ੍ਰਾਣਾਂ ਦਾ ਘਾਤ ਮੰਨਣਗੇ ਜਾਂ ਉਹ ਤੇਰੀ ਲੜਕੀ ਦਾ ਨਾਤਾ ਮੰਨਣਗੇ। ਕਰੋ ਯਤਨ ਰਹਿ ਆਵੇਂ ਲਾਜਾ। ਇਦਾਂ ਦਾ ਯਤਨ ਕਰਕੇ ਤੇਰੀ ਲਾਜ ਰਹਿ ਆਵੇ। ਸੁਧਰੇ ਨੀਕੇ ਬਿਗੜਿਓ ਕਾਜਾ। ਤੇਰਾ ਇਹ ਵਿਗੜਿਆ ਹੋਇਆ ਕੰਮ ਸੁਧਰ ਜਾਵੇ, ਬਣ ਜਾਵੇ। ਸੁਨ ਕਰ ਚੰਦੂ ਹਰਖਤ ਹੋਆ। ਇਹ ਸੁਣ ਕੇ ਚੰਦੂ ਬੜਾ ਖੁਸ਼ ਹੋਇਆ, ਕਹਿੰਦਾ ਇਹ ਤਾਂ ਬੜੀ ਵਧੀਆ ਗੱਲ ਆ ਕੇ ਤੂੰ ਸੁਣਾਈ ਹੈ। ਲਿਓ ਬੈਰ ਸਹਿਜੇ ਤਬ ਜੋਆ। ਹੁਣ ਤਾਂ ਮੈਂ ਪੱਕਾ ਵੈਰ ਲਵਾਂਗਾ ਗੁਰੂ ਅਰਜਨ ਦੇਵ ਸਾਹਿਬ ਕੋਲੋਂ। ਜੇ ਰਿਪ ਕਰ ਮੈਂ ਭੇਦ ਪਰੰਤਾ। ਇਹ ਤਾਂ ਬੜੀ ਵਧੀਆ ਗੱਲ ਹੈ ਕਿ ਜੇ ਦੁਸ਼ਮਣ ਦੇ ਘਰ ਦੇ ਵਿੱਚ ਭੇਦ ਪੈ ਜਾਏ, ਫਰਕ ਪੈ ਜੇ ਤਾਂ ਬੜੀ ਵਧੀਆ ਵਿਧੀ ਹੈ। ਸਾਮ, ਦਾਮ, ਦੰਡ, ਭੇਦ, ਇਹ ਚਾਰ ਨੀਤੀਆਂ ਹੁੰਦੀਆਂ। ਇੱਕ ਹੁੰਦਾ ਫਰਕ ਪਾ ਦੇਣਾ, ਦੁਸ਼ਮਣ ਦੇ ਘਰ ਦੇ ਵਿੱਚ ਪਾੜਾ ਪਾ ਦੇਣਾ ਕਿ ਆਪਸ ਵਿੱਚ ਹੀ ਜੋ ਲੜਦੇ ਨੇ ਤੇ ਉਹਨਾਂ ਦੀ ਲੜਾਈ ਤੋਂ ਫਾਇਦਾ ਲੈਣਾ। ਕਹਿੰਦਾ ਰਾਵਣ ਨਹੀਂ ਸੀ ਮਰ ਸਕਦਾ, ਰਾਵਣ ਦਾ ਭਰਾ ਹੀ ਸੀ ਵਿਭੀਸ਼ਣ। ਜਦੋਂ ਉਹਨੇ ਰਾਮਚੰਦਰ ਨੂੰ ਭੇਤ ਦਿੱਤਾ ਤੇ ਰਾਵਣ ਮਾਰਿਆ ਗਿਆ। ਕਹਿੰਦਾ ਆਪਣੇ ਨਾਲ ਵੀ ਉਹੀ ਵਿਧੀ ਬਣ ਗਈ। ਉਹਦਾ ਭਰਾ ਆਪ ਆ ਕੇ ਭੇਤ ਦੱਸਣਾ ਚਾਹੁੰਦਾ ਗੁਰੂ ਅਰਜਨ ਦੇਵ ਸਾਹਿਬ ਜੀ ਦਾ, ਤੇ ਉਹ ਆ ਕੇ ਜਦੋਂ ਭੇਤ ਦੱਸੇਗਾ ਤੇ ਸਾਡੀ ਗੱਲ ਹੀ ਬਣ ਜਾਣੀ ਹੈ। ਕਹਿੰਦਾ ਇਹ ਤਾਂ ਬੜੀ ਵਧੀਆ ਖਬਰ ਤੂੰ ਆ ਕੇ ਦੱਸੀ ਹੈ। ਤੋ ਸੁਖੀ ਨਹੀਂ ਕਾਜ ਬਨੰਤਾ। ਇਹ ਦੁਸ਼ਮਣ ਦੇ ਘਰ 'ਚ ਭੇਦ ਪੈ ਜਾਏ ਨਾ ਤੇ ਫਿਰ ਕੰਮ ਸੌਖਾ ਬਣ ਜਾਂਦਾ, ਸੌਖਾ ਹੋ ਜਾਂਦਾ ਹੈ। ਜਥਾ ਅਸ਼ਰੂ ਨਿਕਸੇ ਚੱਖ ਦੁਆਰੇ। ਅੱਖਾਂ ਦੇ ਵਿੱਚੋਂ ਅਥਰੂ ਬਾਹਰ ਨਿਕਲਦੇ ਨੇ ਨਾ, ਅੱਖਾਂ ਦੇ ਵਿੱਚੋਂ ਅਥਰੂ ਨਿਕਲ ਕੇ ਬਾਹਰ ਆਉਂਦੇ ਨੇ। ਅੰਤਰ ਦੁੱਖ ਲਖੀਅਤ ਬਿਦ ਸਾਰੇ। ਬੰਦੇ ਦੇ ਅੰਦਰ ਦੁੱਖ ਹੈ, ਉਹਦੀਆਂ ਅੱਖਾਂ ਹੀ ਅਥਰੂ ਬਾਹਰ ਕੱਢ ਕੇ ਦੱਸ ਦਿੰਦੀਆਂ ਵੀ ਅੰਦਰੋਂ ਦੁਖੀ ਹੈ। ਅੱਖਾਂ ਵਿੱਚੋਂ ਅਥਰੂ ਆ ਜਾਣੇ ਦਾ ਮਤਲਬ ਬੰਦਾ ਦੁਖੀ ਹੈ ਅੰਦਰੋਂ। ਜੇ ਅਥਰੂ ਨਾ ਆਉਣ ਤੇ ਫਿਰ ਉਹਦੇ ਦੁੱਖ ਦਾ ਨਹੀਂ ਪਤਾ ਲੱਗਦਾ, ਉਹਦੀਆਂ ਆਪਣੀਆਂ ਅੱਖਾਂ ਹੀ ਉਹਦਾ ਦੁੱਖ ਬਿਆਨ ਕਰ ਦਿੰਦੀਆਂ। ਕਹਿੰਦੇ ਇਹੀ ਗੱਲ ਹੈ ਕਿ ਜੇ ਦੁਸ਼ਮਣ ਦੇ ਘਰ ਦਾ ਭੇਤੀ ਆ ਕੇ ਸਾਨੂੰ ਭੇਦ ਦੱਸ ਦੇਵੇ ਉਹਦਾ ਭਰਾ, ਤੇ ਕਹਿੰਦੇ ਫਿਰ ਇਹਦੇ ਤੋਂ ਵਧੀਆ ਗੱਲ ਹੋਰ ਕਿਹੜੀ ਹੋ ਸਕਦੀ ਹੈ। ਤਿਉ ਰਿਪ ਕੋ ਸਭ ਭੇਦ ਬਤਾਵੇ। ਇਸੇ ਤਰ੍ਹਾਂ ਦੁਸ਼ਮਣ ਦਾ ਭੇਦ ਆਪਾਂ ਨੂੰ ਸਾਰਾ ਬਾਬਾ ਪ੍ਰਿਥੀ ਚੰਦ ਦੱਸੇਗਾ। ਭਰਾਤਾ ਫਟ ਕਰ ਜੇ ਮਿਲ ਜਾਵੇ। ਕਹਿੰਦੇ ਜੇ ਭਰਾਵਾਂ ਦੀ ਫਾਟਕ ਪੈ ਜੇ, ਆਪਸ ਵਿੱਚ ਭਰਾ ਆਪਸ ਵਿੱਚ ਇੱਕ ਦੂਜੇ ਦੇ ਦੁਸ਼ਮਣ ਬਣ ਜਾਣ ਤੇ ਉਹਦੇ ਵਿੱਚੋਂ ਇੱਕ ਦੁਸ਼ਮਣ ਆ ਕੇ ਸਾਡੇ ਨਾਲ ਮਿਲ ਜਾਏ, ਇੱਕ ਭਰਾ ਦਾ ਦੁਸ਼ਮਣ ਦੂਜਾ ਭਰਾ ਸਾਡੇ ਨਾਲ ਆ ਕੇ ਮਿਲ ਜੇ, ਫਿਰ ਤਾਂ ਗੱਲ ਹੀ ਬਣ ਜਾਏਗੀ। ਭਰਾਵਾਂ ਦੀ ਲੜਾਈ 'ਚੋਂ ਹਮੇਸ਼ਾ ਜਿਹੜੇ ਵਿਰੋਧੀ ਹੁੰਦੇ ਨੇ ਉਹ ਫਾਇਦਾ ਉਠਾਉਂਦੇ ਨੇ। ਭਰਾਵਾਂ ਦੀ ਲੜਾਈ 'ਚੋਂ ਦੁਸ਼ਮਣ ਫਾਇਦਾ ਉਠਾਉਂਦੇ ਆ।
ਜੇ ਉਦਾਂ ਗੱਲ ਨਾ ਬਣੇ ਤੇ ਆਪਸ ਵਿੱਚ ਇਹਨਾਂ ਨੂੰ ਲੜਾ ਦਿਓ, ਆਪਸ ਵਿੱਚ ਇਹਨਾਂ ਦਾ ਫਾਟਕ ਪਾ ਦਿਓ, ਜਿਵੇਂ ਅੱਜ ਕੱਲ ਸਿੱਖਾਂ ਵਿੱਚ ਕੀਤਾ ਜਾ ਰਿਹਾ ਹੈ। ਸਿੱਖਾਂ ਦੇ ਵਿੱਚੋਂ ਹੀ ਧੜੇ ਬਣਾਏ ਜਾ ਰਹੇ ਨੇ, ਵਖਰੇਵੇਂ ਪੈਦਾ ਕੀਤੇ ਜਾ ਰਹੇ ਨੇ, ਆਪਸੀ ਵਿਰੋਧ ਪੈਦਾ ਕੀਤੇ ਜਾ ਰਹੇ। ਔਰ ਸਾਡੀ ਲੜਾਈ ਜਿਹੜੀ ਆਪਸੀ ਵੇਦ ਵੈਰ ਵਿਰੋਧ ਦੀ, ਉਹ ਦੁਸ਼ਮਣ ਬੈਠੇ ਵੇਖ ਰਹੇ ਨੇ ਔਰ ਉਹ ਖੁਸ਼ ਹੋ ਰਹੇ ਨੇ ਔਰ ਉਹ ਸੋਚ ਰਹੇ ਨੇ ਕਿ ਅਸੀਂ ਕਾਮਯਾਬ ਹੋਏ ਆ ਇਹਨਾਂ ਵਿੱਚ ਫਾਟਕ ਪਾਉਣ ਵਾਸਤੇ। ਪ੍ਰਿਥੀ ਚੰਦ ਦੀ ਜਿਹੜੀ ਵਿਰੋਧਤਾ ਸੀ ਗੁਰੂ ਸਾਹਿਬ ਨਾਲ, ਉਹਦਾ ਫਾਇਦਾ ਹੁਣ ਚੰਦੂ ਕਹਿੰਦਾ ਆਪਾਂ ਲੈਣਾ, ਉਹਦਾ ਲਾਭ ਆਪਾਂ ਨੂੰ ਪ੍ਰਾਪਤ ਹੋਣਾ ਹੈ। ਕਹਿਨ ਸ਼ਾਹ ਸੋ ਬਨੇ ਬਹਾਨੋ, ਹੁਣ ਤਾਂ ਬਾਦਸ਼ਾਹ ਨਾਲ ਵੀ ਗੱਲ ਕਰਨ ਦਾ ਬਹਾਨਾ ਬਣ ਜਾਏਗਾ। ਹੁਣ ਤਾਂ ਬਾਦਸ਼ਾਹ ਦੇ ਕੋਲ ਵੀ ਕਿਸੇ ਢੰਗ ਨਾਲ ਪੁਕਾਰ ਕੀਤੀ ਜਾ ਸਕੇਗੀ। ਭਰਾਤ ਪੁਕਾਰੂ ਦੁਖੀ ਮਾਨੋ, ਪ੍ਰਿਥੀ ਚੰਦ ਨੂੰ ਪੁਕਾਰੂ ਬਣਾ ਕੇ ਪੇਸ਼ ਕਰਾਂਗੇ ਬਾਦਸ਼ਾਹ ਕੋਲ, ਫਰਿਆਦੀ ਬਣਾ ਕੇ ਕਿ ਆਪਣੇ ਭਰਾ ਦਾ ਸਤਾਇਆ ਹੋਇਆ ਤੁਹਾਡੇ ਕੋਲ ਪੁਕਾਰ ਕਰਨ ਆਇਆ, ਗਰੀਬ ਹੈ, ਇਹਦੇ ਭਰਾ ਨੇ ਇਹਦੇ ਨਾਲ ਵਧੀਕੀ ਕੀਤੀ ਹੈ। ਇਹ ਕਹਿ ਕੇ ਬਾਦਸ਼ਾਹ ਦੇ ਕੋਲ ਬਾਬੇ ਪ੍ਰਿਥੀ ਚੰਦ ਨੂੰ ਫਰਿਆਦੀ ਬਣਾ ਕੇ, ਪੁਕਾਰੂ ਬਣਾ ਕੇ ਪੇਸ਼ ਕਰਾਂਗੇ। ਜਾਂ ਤੇ ਅਬ ਬੁਲਾਏ ਕਰ ਤੂਰਨ, ਕਹਿੰਦਾ ਇਸ ਕਰਕੇ ਹੁਣ ਜਿੰਨਾ ਛੇਤੀ ਹੋ ਸਕੇ, ਜਿੰਨਾ ਜਲਦੀ ਹੋ ਸਕੇ, ਪ੍ਰਿਥੀ ਚੰਦ ਨੂੰ ਬੁਲਾ ਕੇ ਇੱਥੇ ਮੇਰੇ ਕੋਲ ਦਿੱਲੀ ਲਿਆਂਦਾ ਜਾਵੇ। ਕਰੋ ਮਨੋਰਥ ਆਪਣੋ ਪੂਰਨ, ਔਰ ਮੈਂ ਆਪਣੇ ਮਨ ਦਾ ਮਨੋਰਥ ਪੂਰਾ ਕਰ ਲਵਾਂ, ਮੈਂ ਆਪਣੇ ਮਨ ਦੀਆਂ ਰੀਝਾਂ ਪੂਰੀਆਂ ਕਰ ਲਵਾਂ। ਦੋਹਰਾ ਲਿਖੀ ਪਤਰਿਕਾ ਤਬ ਪਲੇ, ਆਪਨ ਜਨਾਇਓ ਪਿਆਰ। ਚੰਦੂ ਨੇ ਉਸੇ ਵਕਤ ਫੇਰ ਬਾਬੇ ਪ੍ਰਿਥੀ ਚੰਦ ਦੇ ਨਾਂ ਤੇ ਇੱਕ ਦੂਜੀ ਚਿੱਠੀ ਲਿਖੀ ਔਰ ਉਹਦੇ ਵਿੱਚ ਹੁਣ ਚੰਦੂ ਨੇ ਆਪਣਾ ਪ੍ਰੇਮ ਜ਼ਾਹਰ ਕੀਤਾ ਪ੍ਰਿਥੀ ਚੰਦ ਨਾਲ। ਪਹਿਲੀ ਚਿੱਠੀ 'ਚ ਵਿਰੋਧ ਜ਼ਾਹਰ ਕੀਤਾ ਸੀ, ਪਰ ਜਦੋਂ ਪਤਾ ਲੱਗਾ ਵੀ ਉਹ ਤਾਂ ਮੇਰੇ ਨਾਲੋਂ ਵੀ ਵੱਡਾ ਵਿਰੋਧੀ ਹੈ ਗੁਰੂ ਦਾ, ਹੁਣ ਦੁਬਾਰਾ ਚਿੱਠੀ ਲਿਖੀ, ਉਹਦੇ ਵਿੱਚ ਇਹਨੇ ਚੰਦੂ ਨੇ ਬਾਬੇ ਪ੍ਰਿਥੀ ਚੰਦ ਨਾਲ ਆਪਣਾ ਪ੍ਰੇਮ ਪ੍ਰਗਟ ਕੀਤਾ, ਜ਼ਾਹਰ ਕੀਤਾ। ਆਵੋ ਮੋਏ ਸਮੀਪ ਅਬ, द्वेष जे इसी प्रकार। लिख के भेजी चिट्ठी, आख्या बाबा प्रिथी चंद जी आ जाओ तुसी मेरे पास। जे तुहाडे मन विच इस तरह की द्वेष है ना गुरु जी दे प्रति, ते तुसी मेरे कोल चल के आ जाओ। जो पई रचो जतन मिल संग तुम्हारे, और मैं तेरे नाल रल के मिल के गुरु जी नू मारन दा कोई ना कोई यतन रचांगा। गैले हो तत छिन तिस मारे, और मैं पूरा यतन लावांगा, जोर लावांगा गुरु अर्जन देव साहब नू पकड़न दा, और पकड़ांगा ही नहीं, पकड़ के गिरफ्तार करके उसे गिरफ्तारी दे दौरान उन्हां नू मार मुकावांगा। मैं जे सहायक होयो तेरा, हे बाबा प्रिथी चंद जे मैं तेरा मददगार बन गया, मैं तेरी सहायता करने वाला तेरा सहायक बन गया। बने काज तज कष्ट बडेरा, अपना सारा काम सवर जाएगा, सारा काम सिद्ध हो जाएगा। तू अपने मन का कष्ट त्याग दे, दुख त्याग दे। इत्यादक लिख चार पठावा, इत्यादक बहुत सारिया गल्लां लिख के चंदू ने एक चिट्ठी जेड़ी सी बाबे प्रिथी चंद नू लिख के भेजी। मिलो आन कहो जिम गै जावा, कहंदा आके मैनू मिल ते आके मैनू इस तरह मिल के दस कि जिवें गुरु अर्जन देव साहब जी पकड़े जान। कोई आके मैनू तरीका दस कि जिस तरीके नाल उन्हां ते दोष लाइए ते दोष ला के गुरु अर्जन देव साहब दे उत्ते उन्हां नू गिरफ्तार कीता जा सके। पंथ उलंघत कोठे आयो,
ਚੰਦੂ ਦਾ ਹਲਕਾਰਾ ਲੰਘ ਕੇ ਸਾਰਾ ਪੈਂਡਾ ਦਿੱਲੀ ਤੋਂ ਚੱਲ ਕੇ ਕੋਠੇ ਪਿੰਡ ਪਹੁੰਚਿਆ ਦੁਬਾਰਾ। ਮਿਲ ਪ੍ਰਿਥੀਏ ਸੋ ਸਕਲ ਸੁਨਾਇਓ। ਆ ਕੇ ਬਾਬੇ ਪ੍ਰਿਥੀ ਚੰਦ ਨੂੰ ਇਹਨੇ ਸਾਰੀ ਗੱਲ ਸੁਣਾਈ, ਚੰਦੂ ਦੀ ਇੱਕ ਇੱਕ ਗੱਲ ਸੁਣਾ ਕੇ ਸੁਣਾਈ। ਤੋ ਦਿਸ਼ ਤੇ ਮੈਂ ਬਹੁ ਸਮਝਾਇਓ। ਕਹਿਣ ਲੱਗਾ ਬਾਬਾ ਜੀ ਮੈਂ ਤੁਹਾਡੀ ਮਿੱਤਰਤਾ ਕਰਾ ਦਿੱਤੀ ਹੈ ਚੰਦੂ ਨਾਲ। ਹਲਕਾਰੇ ਨੂੰ ਵੀ ਆਪਣਾ ਲਾਲਚ ਹੁੰਦਾ, ਪਹਿਲਾਂ ਆ ਕੇ ਦਾਬਾ ਧਾਸਾ ਮਾਰਿਆ ਵੀ ਇਦਾਂ ਹੀ ਪੈਸੇ ਨਿਕਲਦੇ ਆ, ਉਦਾਂ ਤਾਂ ਪ੍ਰਿਥੀ ਨੇ ਥੋੜੀ ਦੇਣੇ ਸੀ ਪੈਸੇ, ਨਾਲੇ ਡਰਿਆ ਨਾਲੇ ਉਹਨੇ ਪੈਸੇ ਦਿੱਤੇ, ਲਓ ਮਹਾਰਾਜ। ਹੁਣ ਦੁਬਾਰਾ ਆ ਕੇ ਫਿਰ ਆਪਣੇ ਨੰਬਰ ਬਣਾਉਂਦਾ, ਕਹਿੰਦਾ ਵੇਖਿਆ ਮੈਂ ਤੁਹਾਡੀ ਮਿੱਤਰਤਾ ਕਰਾ ਦਿੱਤੀ ਹੈ, ਯਾਨੀ ਕਿ ਦੁਬਾਰਾ ਆਇਆ ਤੇ ਦੁਬਾਰਾ ਫਿਰ ਕੁਝ ਪੈਸੇ ਝਾੜ ਕੇ ਲੈ ਕੇ ਜਾਵਾਂਗਾ। ਇਹ ਬਿਰਤੀ ਹੁੰਦੀ ਹੈ, ਇਹੋ ਜਿਹੇ ਲੋਕਾਂ ਦੀ ਨੀਚ ਬਿਰਤੀ ਹੁੰਦੀ ਹੈ। ਪ੍ਰਿਥੀ ਚੰਦ ਨੂੰ ਕਹਿੰਦਾ ਮੈਂ ਤੇਰੀ ਮਿੱਤਰਤਾ ਕਰਾ ਦਿੱਤੀ ਹੈ ਦੀਵਾਨ ਚੰਦੂ ਦੇ ਨਾਲ, ਤੇਰੇ ਵੱਲੋਂ ਮੈਂ ਬੜਾ ਪਿਆਰ ਜਣਾਇਆ ਉਹਨਾਂ ਦੇ ਕੋਲ, ਤੇਰੀ ਇੱਕ ਇੱਕ ਗੱਲ ਮੈਂ ਉਹਨਾਂ ਦੇ ਕੋਲ ਪਹੁੰਚਾਈ ਤੇ ਸਮਝਾਈ ਹੈ। ਸੁਨ ਹਰਖਿਓ ਅਬ ਨਿਕਟ ਬੁਲਾਇਓ। ਸੁਣ ਕੇ ਬੜਾ ਖੁਸ਼ ਹੋਇਆ ਚੰਦੂ, ਔਰ ਉਹਨੇ ਤੁਹਾਨੂੰ ਆਪਣੇ ਕੋਲ ਸੱਦਿਆ, ਤੁਹਾਨੂੰ ਆਪਣੇ ਕੋਲ ਬੁਲਾਇਆ ਸੁਣਦਿਆਂ ਸਾਰ। ਮਿਲੋ ਦੋਹਨ ਕੋ ਸੁਧਰੇ ਕਾਜੂ। ਚਲੋ ਚੱਲ ਕੇ ਮਿਲੋ, ਔਰ ਮਿਲ ਕੇ ਦੀਵਾਨ ਚੰਦੂ ਨੂੰ ਆਪਣਾ ਕੰਮ ਸੁਧਾਰ ਲਵੋ। ਉਠੋ ਚਰਨ ਤਰ ਮਗ ਮੈਂ ਆਜੂ। ਉੱਠੋ ਮੇਰੇ ਨਾਲ ਅੱਜ ਹੀ ਚੱਲ ਪਓ, ਬਾਬਾ ਜੀ ਦੇਰੀ ਨਾ ਲਾਓ, ਜਿੰਨਾ ਛੇਤੀ ਹੋ ਸਕੇ ਅੱਜ ਹੀ ਇੱਥੋਂ ਚਾਲਾ ਪਾ ਕੇ ਚੰਦੂ ਨੂੰ ਮਿਲੋ। ਨੈ ਬੂਝੋ ਪਾਂਦਾ ਚੱਲ ਪਰੀਏ। ਇਹ ਕਹਾਵਤ ਹੈ ਨਾ ਵੀ ਹੁਣ ਚੱਲ ਪੋ, ਹੁਣ ਪਾਂਦੇ ਨੂੰ ਨਾ ਪੁੱਛੋ, ਹੁਣ ਪਾਂਦਾ ਨਾ ਪੁੱਛੋ ਵੀ ਪਾਂਦੇ ਦੇ ਕੋਲੋਂ ਪੁੱਛ ਕੇ ਚੱਲਣਾ, ਬਸ ਚੱਲ ਪੋ ਜਿੰਨਾ ਛੇਤੀ ਹੋ ਸਕੇ। ਆਪਨ ਮਨੋਰਥ ਪੂਰਨ ਕਰੀਏ। ਔਰ ਚੱਲ ਕੇ ਆਪਣਾ ਮਨੋਰਥ ਪੂਰਾ ਕਰ ਲੋ। ਹੁਣ ਤੁਹਾਡੀ ਇੱਛਾ ਜਿਹੜੀ ਬੜੀ ਲੰਮੇ ਸਮੇਂ ਦੀ ਹੈ ਬਾਬਾ ਪ੍ਰਿਥੀ ਚੰਦ ਜੀ, ਉਹ ਚੰਦੂ ਨਾਲ ਮਿਲ ਕੇ ਪੂਰੀ ਹੋ ਜਾਣੀ ਹੈ। ਸੁਨ ਪ੍ਰਿਥੀਏ ਨੇ ਬਿਲਮ ਲਗਾਈ। ਹੁਣ ਪ੍ਰਿਥੀ ਚੰਦ ਤਾਂ ਇਹਨਾਂ ਨਾਲੋਂ ਵੀ ਜ਼ਿਆਦਾ ਕਾਹਲਾ ਸੀ, ਉਹ ਤਾਂ ਚੰਦੂ ਨਾਲੋਂ ਵੀ ਕਈ ਗੁਣਾ ਜ਼ਿਆਦਾ ਕਾਹਲਾ ਸੀ। ਇੱਕਦਮ ਉਹਨੇ ਦੇਰੀ ਨਹੀਂ ਲਾਈ, ਬੜਵਾ ਪਰ ਕਾਠੀ ਬੰਦਵਾਈ। ਨੌਕਰ ਆਪਣਾ ਸੱਦਿਆ, ਕਹਿੰਦਾ ਛੇਤੀ ਲਿਆ ਮੇਰੀ ਘੋੜੀ ਤੇ ਕਾਠੀ ਪਾ ਕੇ। ਉਹ ਘੋੜੀ ਲਿਆਈ ਜਿਹੜੀ ਤੇਜ਼ੀ ਨਾਲ ਦੌੜਦੀ ਹੈ, ਸੁਸਤ ਘੋੜੀ ਨਾ ਲਿਆਈ ਜਿਹੜੀ ਤੇਜ਼ੀ ਨਾਲ ਦੌੜੇ ਤੇ ਹਵਾ ਨਾਲ ਗੱਲਾਂ ਕਰਦੀ, ਕੁਝ ਸਮੇਂ ਵਿੱਚ ਹੀ ਦਿੱਲੀ ਪਹੁੰਚੇ। ਉਹ ਘੋੜੀ ਲਿਆ ਸ਼ਿੰਗਾਰ ਕੇ, ਕਹਿੰਦੇ ਘੋੜੀ ਲਿਆਂਦੀ ਉੱਤੇ ਕਾਠੀ ਪਾ ਕੇ। ਮਿਹਰਵਾਨ ਸੋ ਕਰ ਕਰ ਪਿਆਰੂ। ਬਾਬੇ ਪ੍ਰਿਥੀ ਚੰਦ ਦਾ ਲੜਕਾ ਸੀ ਬਾਬਾ ਮਿਹਰਵਾਨ। ਬਾਬੇ ਮਿਹਰਵਾਨ ਦੀਆਂ ਕੁਝ ਪੁਸਤਕਾਂ ਮਿਲਦੀਆਂ, ਜਨਮ ਸਾਖੀ ਵੀ ਮਿਲਦੀ ਹੈ, ਗੁਰਬਾਣੀ ਦੇ ਕੁਝ ਸ਼ਬਦਾਂ ਦੇ ਪਰਿਆਏ ਲਿਖੇ ਹੋਏ ਬਾਬੇ ਮਿਹਰਵਾਨ ਦੇ ਮਿਲਦੇ ਨੇ, ਲਿਖਾਰੀ ਵੀ ਸੀ। ਇਹ ਲਿਖਾਰੀ ਕਿਵੇਂ ਬਣਿਆ? ਕਿਉਂਕਿ ਇਹਦਾ ਬਚਪਨ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ 'ਚ ਬੀਤਿਆ ਸੀ। ਪੰਜਵੇਂ ਪਾਤਸ਼ਾਹ ਨੇ ਇਹਨੂੰ ਆਪਣੇ ਪੁੱਤਰਾਂ ਵਾਂਗੂ ਪਾਲਿਆ ਸੀ ਜਦੋਂ ਛੇਵੇਂ ਪਾਤਸ਼ਾਹ ਦਾ ਪ੍ਰਕਾਸ਼ ਨਹੀਂ ਸੀ ਹੋਇਆ। ਪਰ ਬਾਅਦ ਵਿੱਚ ਮਿਹਰਵਾਨ ਜਿਹੜਾ ਸੀ ਇਹ ਬਾਬੇ ਪ੍ਰਿਥੀ ਚੰਦ ਦਾ ਹੁਣ ਅੰਸ਼-ਵੰਸ਼ ਤਾਂ ਉਸੇ ਦੀ ਸੀ, ਵਿਰੋਧੀ ਵੀ ਰਿਹਾ। ਗੁਰੂ ਅਰਜਨ ਦੇਵ ਸਾਹਿਬ ਤੋਂ ਬਾਅਦ ਫਿਰ ਇਹ ਆਪਣੇ ਆਪ ਨੂੰ ਇਹਨੇ ਗੁਰੂ ਕਹਾਣਾ ਸ਼ੁਰੂ ਕਰ ਦਿੱਤਾ ਸੀ। ਤੋ ਬਾਬਾ ਮਿਹਰਵਾਨ ਉਹਨੂੰ ਬਾਬੇ ਪ੍ਰਿਥੀ ਚੰਦ ਨੇ ਆਪਣੇ ਕੋਲ ਸੱਦਿਆ ਤੇ ਸਿਰ ਤੇ ਹੱਥ ਫੇਰਿਆ, ਦੁਲਾਰ ਕੀਤਾ, ਬੇਟਾ ਮੈਂ ਜਾ ਰਿਹਾ ਤੇ ਤੂੰ ਘਰ ਦੀ ਜ਼ਿੰਮੇਵਾਰੀ ਉਹਨਾਂ ਚਿਰ ਸੰਭਾਲਣੀ ਆ, ਬਸ ਮੈਂ ਗਿਆ ਤੇ ਆਇਆ, ਛੇਤੀ ਮੁੜ ਕੇ ਆਵਾਂਗਾ। ਛੋਰਿਓ ਘਰ ਚੌਕਸ ਪਰਵਾਰੂ। ਉਹਨੂੰ ਚੌਕਸ ਕਰਕੇ ਵੀ ਪਿੱਛੋਂ ਸਾਵਧਾਨ ਰਹਿਣਾ। ਚੌਕਸ ਕਰਕੇ ਪ੍ਰਿਥੀ ਚੰਦ ਮਿਹਰਬਾਨ ਦੀ ਸਾਰੀ ਡਿਊਟੀ ਉਹਨੂੰ ਸਮਝਾ ਕੇ ਆਪ ਇਹ ਦਿੱਲੀ ਨੂੰ ਟੁਰ ਪਿਆ। ਅਬ ਕੇ ਜਾਏ ਲਏ ਹੋ ਗਾਦੀ। ਕਹਿੰਦਾ ਬਸ ਆ ਜਾਣਾ ਮੇਰਾ ਅਖੀਰਲੀ ਵੇਰੀ ਜਾਣਾ, ਇਸ ਵਾਰ ਜਾ ਕੇ ਮੈਂ ਗੱਦੀ ਲੈ ਹੀ ਲੈਣੀ ਹੈ, ਕੁਝ ਹੋ ਜਾਏ। ਕਹਿੰਦਾ ਇਹ ਵਾਰ ਮੇਰਾ ਅਖੀਰਲੀ ਵਾਰੀ ਜਾਣਾ, ਤੇ ਵਾਕਈ ਪ੍ਰਿਥੀ ਚੰਦ ਦਾ ਇਹ ਵਾਰਲਾ ਅਖੀਰਲਾ ਹੀ ਸੀ ਜਾਣਾ, ਮੁੜ ਕੇ ਜਾ ਹੀ ਨਹੀਂ ਸਕਿਆ।
ਕਿਉਂਕਿ ਮੁੜ ਕੇ ਪ੍ਰਾਣ ਅੰਤ ਹੋ ਗਏ ਸਾਰੇ ਦੇ। ਕਹਿੰਦਾ ਅਖੀਰਲੀ ਵਾਰ ਚੱਲਿਆ, ਬਸ ਆਹ ਵਾਰ ਤਾਂ ਹੁਣ ਮੈਂ ਗੱਦੀ ਲੈ ਕੇ ਹੀ ਮੁੜਾਂਗਾ। ਸ਼ਾਹ ਦੀਵਾਨ ਪਇਓ ਬੋਬਾਦੀ। ਕਿਤੇ ਮਲੇਛ ਬਿਰਤੀ ਸੀ ਉਹ, ਭਲਾ ਗੱਦੀਆਂ ਤੈਨੂੰ ਬਾਦਸ਼ਾਹ ਦੇ ਦਰਬਾਰ ਚੋਂ ਮਿਲਣੀਆਂ ਨੇ? ਇਹ ਗੁਰੂ ਨਾਨਕ ਦੀ ਗੱਦੀ ਹੈ, ਇਹ ਤਾਂ ਜਿਹੜੇ ਗੁਰੂ ਨਾਨਕ ਦੇ ਦਰ ਦੇ ਸੇਵਕ ਹੁੰਦੇ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਇਹ ਚਾਹੁੰਦਾ ਸੀ ਮੈਂ ਬਾਦਸ਼ਾਹੀ ਤਾਕਤ ਨਾਲ ਪ੍ਰਾਪਤ ਕਰ ਲਵਾਂਗਾ, ਬਾਦਸ਼ਾਹ ਦੀ ਤਾਕਤ ਦੇ ਨਾਲ ਇਹ ਕੁਝ ਲੈ ਲਵਾਂਗਾ, ਹਾਸਲ ਕਰ ਲਵਾਂਗਾ। ਤੋ ਪ੍ਰਿਥੀ ਚਾਂਦੇ ਬਿਰਤੀ ਨੀਤੀ ਠਾਣ ਕੇ ਚੱਲ ਪਿਆ। ਕਹਿ ਇਤਿਆਦਕ ਕਰਮੋ ਸੰਗ। ਚੱਲਣ ਵੇਲੇ ਕਰਮੋ ਨੂੰ ਵੀ ਹੌਸਲਾ ਦਿੱਤਾ, ਕਹਿੰਦਾ ਕਰਮੋ ਫਿਕਰ ਨਾ ਕਰ, ਤੂੰ ਵੀ ਮੈਨੂੰ ਬੜੇ ਤਾਨੇ ਦਿੰਦੀ ਸੀ ਨਾ ਕਿ ਮੈਂ ਗੁਰੂ ਰਾਮਦਾਸ ਦੀ ਸੇਵਾ ਨਹੀਂ ਕੀਤੀ ਤਾਂ ਮੈਨੂੰ ਗੱਦੀ ਨਹੀਂ ਮਿਲੀ। ਆ ਵੇਖ ਹੁਣ ਮੈਂ ਚੱਲਿਆ ਗੱਦੀ ਲੈਣ, ਹੁਣ ਤਾਂ ਮੈਂ ਗੱਦੀ ਲੈ ਕੇ ਵਾਪਸ ਆਵਾਂਗਾ। ਧੀਰਜ ਦੇ ਕਰ ਚੱਲਿਓ ਉਮੰਗ। ਕਰਮੋਂ ਨੂੰ ਹੌਸਲਾ ਦੇ ਕੇ, ਧੀਰਜ ਦੇ ਕੇ ਬੜੀ ਉਮੰਗ ਨਾਲ ਚੱਲਿਆ ਪ੍ਰਿਥੀ ਚੰਦ। ਚਲੇ ਦੂਰ ਮਗ ਬਾਸੁਰ ਸਾਰੇ। ਸਾਰਾ ਦਿਨ ਇਹ ਟੁਰਦਾ ਹੀ ਰਿਹਾ, ਚੱਲਦਾ ਹੀ ਰਿਹਾ, ਰਾਹ 'ਚ ਇਹਨੇ ਆਰਾਮ ਨਹੀਂ ਕੀਤਾ, ਲੰਮਾ ਪੈਂਡਾ ਸਾਰੇ ਦਿਨ ਤੈਅ ਕੀਤਾ। ਨਿਸਮੈ ਬਸੇ ਕੁਕਰਮ ਚਿਤਾਰੇ। ਤੇ ਰਾਤ ਜਿੱਥੇ ਪਈ ਉੱਥੇ ਰਾਤ ਬਤੀਤ ਕੀਤੀ, ਤੇ ਰਾਤ ਵੇਲੇ ਵੀ ਆਪਣੇ ਮਨ 'ਚ ਖੋਟਾ ਕਰਮ ਹੀ ਚਿਤਵਦਾ ਪ੍ਰਿਥੀਆ। ਖੋਟੇ ਪੁਰਸ਼ ਨੇ ਖੋਟਾ ਹੀ ਚਿਤਵਣਾ ਹੁੰਦਾ ਹੈ। ਗੁਰੂ ਰਾਮਦਾਸ ਸਾਹਿਬ ਨੇ ਕਿਹਾ ਸੀ ਪ੍ਰਿਥੀਆ ਤੂੰ ਤਪਦਾ ਹੀ ਰਹੇਗਾ, ਤੇ ਵਾਕਈ ਤਪਦਾ ਹੀ ਰਿਹਾ ਜਿੰਨਾ ਚਿਰ ਰਿਹਾ ਪ੍ਰਿਥੀ ਚੰਦ। ਦੇ ਮਨ 'ਚ ਕਦੇ ਸ਼ਾਂਤੀ ਨਹੀਂ ਆਈ, ਕਦੇ ਇਹਦਾ ਹਿਰਦਾ ਸ਼ਾਂਤ ਨਹੀਂ ਹੋਇਆ, ਤਪਦਾ ਹੀ ਰਿਹਾ। ਤੇ ਰਾਤ ਨੂੰ ਵੀ ਮਾੜੀਆਂ ਭੈੜੀਆਂ ਬਿਰਤੀਆਂ ਨਾਲ ਹੀ ਸੋਚਦਾ ਰਿਹਾ। ਥੋਰਨ ਦਿਨ ਮੈਂ ਦਿੱਲੀ ਗਇਓ। ਕੁਝ ਦਿਨਾਂ ਦੇ ਵਿੱਚ ਹੀ ਪੈਂਡਾ ਤੈਅ ਕਰਕੇ ਦਿੱਲੀ ਪਹੁੰਚ ਗਿਆ। ਪ੍ਰਵਸ਼ਿਓ ਕਿਤ ਨਿਵੇਸ਼ ਕਰ ਦਿਓ। ਦਿੱਲੀ ਜਦੋਂ ਪ੍ਰਵੇਸ਼ ਕੀਤਾ, ਚੰਦੂ ਕੋਲ ਖਬਰ ਪਹੁੰਚੀ। ਚੰਦੂ ਨੇ ਇਹਦੇ ਰਹਿਣ ਦਾ ਪ੍ਰਬੰਧ ਕੀਤਾ, ਬਕਾਇਦਾ ਇਹਦੇ ਰਹਿਣ ਸਹਿਣ ਦਾ ਪ੍ਰਬੰਧ ਬਣਾਇਆ। ਪਟਿਓ ਦਾਸ ਤਬ ਚੰਦੂ ਪਾਸ। ਇਹਨੇ ਆਪਣਾ ਇੱਕ ਦਾਸ ਦੀਵਾਨ ਚੰਦੂ ਦੇ ਕੋਲ ਭੇਜਿਆ। ਆਇਓ ਮੈਂ ਉਰ ਤਰੇ ਹੁਲਾਸ। ਸੁਨੇਹਾ ਭੇਜਿਆ, ਦੀਵਾਨ ਜੀ ਮੈਂ ਆ ਗਿਆ ਹਾਂ ਔਰ ਬੜੇ ਹੁਲਾਸ ਨਾਲ, ਬੜੀ ਖੁਸ਼ੀ ਨਾਲ ਚੱਲ ਕੇ ਆਇਆ ਹਾਂ। ਸੁਨ ਸੁਧ ਕੋ ਨਿਜ ਨਿਕਟ ਬੁਲਾਇਓ। ਚੰਦੂ ਨੇ ਜਦੋਂ ਖਬਰ ਸੁਣੀ ਕਿ ਆ ਗਿਆ ਹੈ ਪ੍ਰਿਥੀ ਚੰਦ, ਇਹਨੇ ਅਗਲੇ ਦਿਨ ਸਵੇਰੇ ਦਿਨ ਚੜ੍ਹਦਿਆਂ ਇਹਨੂੰ ਆਪਣੇ ਕੋਲ ਬੁਲਾਇਆ। ਜਾਏ ਦਾਸ ਨੇ ਤਬੇ ਸੁਨਾਇਓ। ਪਹਿਲਾ ਦਾਸ ਅੱਗੇ ਪਹੁੰਚ ਗਿਆ, ਉਹਨੇ ਜਾ ਕੇ ਪ੍ਰਿਥੀ ਚੰਦ ਦੇ ਆਉਣ ਦੀ ਖਬਰ ਦਿੱਤੀ ਚੰਦੂ ਨੂੰ। ਗਮਨੋ ਤੁਰਤ ਕਾਜ ਬਨ ਆਇਓ। ਔਰ ਦਾਸ ਨੇ ਆ ਕੇ ਦੱਸਿਆ, ਕਹਿਣ ਲੱਗਾ ਬਾਬਾ ਜੀ ਮੈਂ ਕਹਿ ਦਿੱਤਾ ਚੰਦੂ ਨੂੰ ਛੇਤੀ ਚੱਲੋ, ਅੱਜ ਹੀ ਚੱਲ ਕੇ ਚੰਦੂ ਨੂੰ ਮਿਲ ਲਵੋ। ਸੁਨ ਪ੍ਰਿਥਿਆ ਮਨ ਮੈਂ ਹਰ ਖਾਇਓ। ਸੁਣ ਕੇ ਪ੍ਰਿਥੀ ਚੰਦ ਬੜਾ ਖੁਸ਼ ਹੋਇਆ ਕਿ ਮੇਰਾ ਮੇਲ ਹਿੰਦੁਸਤਾਨ ਦੇ ਬਾਦਸ਼ਾਹ ਦੀਵਾਨ ਚੰਦੂ ਦੇ ਨਾਲ, ਉਹਦਾ ਜਿਹੜਾ ਦੀਵਾਨ ਹੈ ਚੰਦੂ, ਉਹਦੇ ਨਾਲ ਹੋ ਰਿਹਾ ਹੈ। ਸੂਕਮ ਬੋ ਪਾਲਨ ਕੋ ਜਾਮਾ। ਹੁਣ ਬਾਬੇ ਪ੍ਰਿਥੀ ਚੰਦ ਨੇ ਆਖਿਆ ਏਡਾ ਵੱਡਾ ਦੀਵਾਨਾਂ ਨੂੰ ਮਿਲਣ ਜਾਣਾ, ਕੋਈ ਕੱਪੜੇ ਚੰਗੇ ਪਾ ਕੇ ਜਾਈਏ ਢੰਗ ਦੇ। ਪ੍ਰਿਥੀ ਚੰਦ ਨੇ ਇੱਕ ਚੰਗਾ ਵਧੀਆ ਕੀਮਤੀ ਪੋਸ਼ਾਕ ਸੀ ਇਹਦੀ, ਬਰੀਕ ਧਾਗੇ ਦੀ ਬਣੀ ਹੋਈ, ਉਹ ਸੂਖਮ ਧਾਗੇ ਦੀ ਬਣੀ ਹੋਈ ਪੋਸ਼ਾਕ ਇਹਨੇ ਪਾਈ। ਪਹਿਰ ਪਾਗ ਬਾਂਧੀ ਅਬਿਰਾਮਾ। ਉਹ ਪਾਲਨ ਦਾ ਮਤਲਬ ਹੈ ਵੀ ਜਿਹਦੀਆਂ ਕਈ ਕਲੀਆਂ ਸੀ, ਵੱਡਾ ਸਾਰਾ ਇੱਕ ਚੋਲਾ ਜਿਹੜਾ ਸੀ ਉਹ ਇਹਨੇ ਪਾਇਆ, ਤੇ ਸਿਰ ਤੇ ਚੰਗੀ ਪੱਗ ਵਧੀਆ ਸੋਹਣੀ ਬੰਨੀ ਹੈ। ਪੁਨ ਚੰਦੂ ਕਹਿ ਦੇ ਬੇਹੇਤ। ਚੰਦੂ ਨੂੰ ਵੀ ਕਹਿੰਦਾ ਵੀ ਪਹਿਲੀ ਵਾਰ ਚੱਲਿਆ, ਚੰਦੂ ਨੂੰ ਕੋਲ ਕੋਈ ਉਹਨੂੰ ਵੀ ਦਿਆਂ। ਚੰਦੂ ਨੂੰ ਦੇਣ ਵਾਸਤੇ ਵੀ ਇੱਕ ਚੰਗੀ ਵਧੀਆ ਪੋਸ਼ਾਕ ਲਈ। ਜਿਮ ਸਿਰ ਪਾਓ ਗੁਰੂ ਸਿੱਖ ਦੇਤ। ਘਰ ਦੀ ਮਰਿਆਦਾ ਦਾ ਇਹਨੂੰ ਪਤਾ ਹੀ ਸੀ, ਪ੍ਰਿਥੀ ਚੰਦ ਰਿਹਾ ਜੋ ਗੁਰੂ ਘਰ ਵਿੱਚ ਸੀ। ਇਹਨੇ ਜਿਵੇਂ ਗੁਰਸਿੱਖਾਂ ਨੂੰ ਸਿਰੇ ਪਾਓ ਨਹੀਂ ਦੇਈਦੇ,
ਏਦਾਂ ਦਾ ਇੱਕ ਸਿਰੇ ਪਾਉ ਮੰਗਾਇਆ ਵੀ ਜਾ ਕੇ ਪਹਿਲਾਂ ਚੰਦੂ ਦੇ ਗਲ ਵਿੱਚ ਪਾਉਣਾ ਹੈ। ਅਧਿਕ ਮੋਲ ਕੀ ਪਾਗ ਮੰਗਾਈ ਔਰ ਇੱਕ ਬੜੀ ਕੀਮਤੀ ਪੱਗ ਮੰਗਵਾਈ ਚੰਦੂ ਨੂੰ ਦੇਣ ਵਾਸਤੇ। ਜਰੀ ਛੋੜ ਦਵੈ ਬਹੁਤ ਲਗਾਈ ਉਹਦੇ ਤੇ ਸੋਹਣੇ ਜਰੀਦਾਰ ਪੱਲੇ ਛੱਡੇ ਹੋਏ ਨੇ। ਤੈਸੇ ਲਿਓ ਦਕੂਲ ਅਛੇਰਾ ਔਰ ਬੜਾ ਵਧੀਆ ਦਕੂਲ ਮੋਢੇ ਤੇ ਰੱਖਣ ਵਾਲਾ ਜਿਹੜਾ ਬਸਤਰ ਸਾਫਾ ਹੁੰਦਾ ਉਹ ਲੈ ਲਿਆ। ਤਿਸੇਤ ਖਰਚਿਓ ਮੋਲ ਬਡੇਰਾ ਚੰਦੂ ਵਾਸਤੇ ਵੀ ਚੰਗਾ ਖਰਚ ਕੀਤਾ, ਪੈਸਾ ਖਰਚ ਕੇ ਵਧੀਆ ਕੱਪੜੇ ਦਿੱਲੀ ਦੇ ਚੰਗੀ ਦੁਕਾਨ ਤੋਂ ਮੰਗਾਏ। ਦਾਸ ਪਾਸ ਤੇ ਸੋ ਉਚਵਾਏ ਨੌਕਰ ਲੈ ਲਿਆ ਨਾਲ, ਨੌਕਰ ਕੋਲੋਂ ਉਹ ਸਾਰੀਆਂ ਚੀਜ਼ਾਂ ਚੁਕਵਾ ਲਈਆਂ ਨਾਲ। ਅਪਰ ਬਸਤਰ ਤੇ ਲੀਨ ਦੁਰਾਏ ਹੋਰ ਵੀ ਕੁਝ ਕੱਪੜੇ ਉਹ ਜਿਹੜੀਆਂ ਚੀਜ਼ਾਂ ਲਈਆਂ ਉਹ ਕੱਪੜੇ ਨਾਲ ਢੱਕ ਲਈਆਂ, ਲੁਕੋ ਲਈਆਂ ਕਿ ਕਿਸੇ ਨੂੰ ਪਤਾ ਨਾ ਲੱਗੇ ਕਿ ਮੈਂ ਚੰਦੂ ਨੂੰ ਕੀ ਦੇਣ ਜਾ ਰਿਹਾ। ਕੁਛ ਕੁ ਸੰਗ ਨਰ ਪਹੁੰਚੇ ਜਾਈ ਕੁਝ ਕੁ ਬੰਦੇ ਦੇ ਨਾਲ ਸਨ ਬਾਬੇ ਪ੍ਰਿਥੀ ਚੰਦ ਦੇ, ਨਾਲ ਲੈ ਕੇ ਚੰਦੂ ਦੇ ਕਚਹਿਰੀ ਦੇ ਵਿੱਚ ਉਹਦੇ ਘਰ ਆਇਆ। ਆਵਤ ਐ ਸੁਧ ਅਗਰ ਪਠਾਈ ਅੱਗੇ ਪਹਿਲਾਂ ਖਬਰ ਭੇਜ ਦਿੱਤੀ ਕਿ ਬਾਬਾ ਪ੍ਰਿਥੀ ਚੰਦ ਆ ਰਿਹਾ ਹੈ। ਖਰੋ ਪਇਓ ਚੰਦੂ ਜਬ ਹੀਰਾ ਤੇ ਜਦੋਂ ਅੱਗੇ ਪਹੁੰਚਿਆ ਪ੍ਰਿਥੀ ਚੰਦ ਤੇ ਚੰਦੂ ਅੱਗੋਂ ਉੱਠ ਕੇ ਖਲੋਤਾ ਇਹਨੂੰ ਮਿਲਣ ਵਾਸਤੇ। ਮਿਲੇ ਭੋਜਨ ਪਰ ਜੁਗ ਤਿਸ ਬੇਰਾ ਬਾਵਾ ਪਸਾਰ ਕੇ ਦੋਵੇਂ ਗਲ ਵਕੜੀ ਪਾ ਕੇ ਮਿਲੇ। ਦੁਸ਼ਟ ਦੁਸ਼ਟ ਨੂੰ ਮਿਲ ਰਿਹਾ ਹੈ। ਕਹਿੰਦੇ ਦੁਸ਼ਟ ਦੁਸ਼ਟ ਦੋਵੇਂ ਗਲ ਵਕੜੀਆਂ ਪਾ ਕੇ ਮਿਲੇ ਹਨ। ਹੁਣ ਬੈਠੇ ਇੱਕ ਆਸਨ ਦੋ ਦੋਵੇਂ ਇੱਕੋ ਆਸਣ ਦੇ ਉੱਤੇ ਬੈਠੇ, ਮਾਨੋ ਜਿਵੇਂ ਇੱਕੋ ਮਾਂ ਦੇ ਜਾਏ ਹੋਣ। ਇਹੋ ਜਿਹਾ ਪਿਆਰ ਪਾ ਕੇ ਆਪਸ ਵਿੱਚ ਇੱਕੋ ਆਸਣ ਦੇ ਉੱਤੇ ਬਹਿ ਗਏ। ਦੇਖ ਪਰਸ ਪਰ ਹਰਕਤ ਸੋ ਇੱਕ ਦੂਜੇ ਨੂੰ ਵੇਖ ਕੇ ਬੜੀ ਖੁਸ਼ੀ ਹੋਈ ਇਹਨਾਂ ਨੂੰ। ਪ੍ਰਥਮ ਪ੍ਰਿਥੀਏ ਪ੍ਰਿਥਕ ਕਰਨ ਕੀ ਇਸ ਪ੍ਰਕਾਰ ਬਹਿ ਕੇ ਪ੍ਰਿਥੀ ਚੰਦ ਹੁਣ ਆਪਣੀ ਵਾਰਤਾ ਸੁਣਾਉਣ ਲੱਗਾ ਚੰਦੂ ਨੂੰ ਕਿ ਸੁਣ ਮੇਰੇ ਕੋਲ ਕੀ ਡਾਢਾ ਦੁੱਖ ਹੈ, ਮੈਂ ਕਿਸ ਗੱਲ ਕਰਕੇ ਦੁਖੀ ਆ। ਤੇ ਚੰਦੂ ਜਿਵੇਂ ਸੁਣ ਰਿਹਾ ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗੁਰੂ ਪਾਤਸ਼ਾਹ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ